ਸਭ ਕੁਟੰਬ ਸਵਾਇਆ, ਸਭ ਕੁਟੰਬ ਸਵਾਇਆ, ਸਭ ਕੁਟੰਬ ਸਵਾਇਆ। ਨਾਇ ਮੰਨਿਆ ਕੁਲ ਉਦਰੈ, ਨਾਇ ਮੰਨਿਆ ਕੁਲ ਉਦਰੈ। ਆ ਪਿਛਲਾ CD ਲਿੰਕ ਹੈ SV 60, SV 60 और पन्ना है श्री गुरु ग्रंथ साहब जी का 1241 पेज 1241। बुकलट का पन्ना है 7वां। और असी आप पौड़ी शुरू कर दी सी। हुण इहदा पूरी पौड़ी पढ़ते हैं अखेर तक। ਜਦੋਂ ਨਾਮ ਦਾ ਮੰਨਣ ਹੋ ਜਾਂਦਾ ਹੈ, ਹਿਰਦੇ 'ਚ ਨਾਮ ਚਲੇ ਜਾਂਦਾ ਹੈ, ਉਹਦੇ ਨਾਲ ਫਿਰ ਕੁਲਾਂ ਵੀ ਉਧਰ ਜਾਂਦੀਆਂ, ਕੁਟੰਬ ਵੀ ਉਹਦਾ ਸਾਰਾ ਤਰ ਜਾਂਦਾ। ਪਰ ਤਰਨ ਤਰਨ 'ਚ ਫਰਕ ਹੈ। ਜਿਹੜਾ ਭਗਤ ਹੁੰਦਾ ਉਹ ਤਾਂ ਸਭ ਕੁਛ ਉਹਨੂੰ ਮਿਲ ਜਾਂਦਾ, ਲੇਕਿਨ ਬਾਕੀਆਂ ਦਾ ਉਧਾਰ ਲਿਖਿਆ। ਉਧਾਰ ਤਰਨਾ ਕੀ ਹੈ ਕਿ ਉਹਨਾਂ ਨੂੰ ਅੱਛਾ ਜਨਮ ਮਿਲੇਗਾ, ਅੱਛੀ ਸੰਗਤ ਮਿਲੂਗੀ, ਤਾਂ ਕਿ ਉਹ ਵੀ ਫਿਰ ਨਾਮ ਜਪ ਕੇ ਛੁੱਟਣਗੇ। ਲੇਕਿਨ ਉਹਨਾਂ ਨੂੰ ਫੈਸਿਲਿਟੀ ਇੰਨੀ ਹੈ, ਉਹਨਾਂ ਦੇ ਸੰਯੋਗ ਬਣ ਜਾਂਦੇ ਹੈ। ਜਿਹੜੀਆਂ ਨਾਮ ਜਪਦਾ ਉਹਦੀਆਂ ਕੋਲਾਂ ਦਾ ਜਾਂ ਸਾਰਿਆਂ, ਉਹ ਫਿਰ ਨਾਮ ਜਪ ਕੇ ਫਿਰ ਛੁੱਟ ਜਾਂਦੇ ਹੈ। ਬਾਕੀ ਜੂਨਾਂ ਚਲੇ ਜਾਂਦੇ, ਕਈ ਕੁਛ ਹੁੰਦਾ, ਲੇਕਿਨ ਉਹ ਰੱਬ ਨਾਲ ਜਿਹੜੀਆਂ ਕੋਲਾਂ ਤਾਰਨੀਆਂ ਹੈ। ਇੱਥੇ ਤੱਕ ਲਿਖਿਆ ਪ੍ਰਹਲਾਦ ਭਗਤ ਐਡਾ ਸਤਿਯੁਗ ਦਾ ਹੋਇਆ ਸੀ, ਉਹਦੀਆਂ 21 ਕੋਲਾਂ ਤਾਰ ਦਿੱਤੀਆਂ ਸੀ। 7 ਆਪਣੀਆਂ ਉਹਦੀਆਂ, 7 ਦਾਦਕਿਆਂ ਦੀਆਂ, 7 ਨਾਨਕਿਆਂ ਦੀਆਂ। ਜੇ ਉਹ ਵਿਆਹਿਆ ਹੋਵੇ ਕੋਈ ਬੰਦਾ, ਉਹਦੀ ਵਾਈਫ ਦੀਆਂ 7 ਕੋਲਾਂ ਪਿੱਛੇ ਨਾਲ ਇਸ ਪੇਕਿਆਂ ਦੀਆਂ। ਇਸ ਕਰਕੇ 21 ਕੋਲਾਂ ਦਾ ਆਧਾਰ ਐਡਾ ਵੱਡਾ ਭਗਤ ਹੋਇਆ ਸੀ। ਉਧਾਰ ਦਾ ਮਤਲਬ ਹੈ ਉਹਨਾਂ ਦੇ ਸੰਯੋਗ ਬਣਦੇ ਗਏ। ਫਿਰ ਗਾਂਵ ਜਨਮ ਹੀ ਐਸੇ ਥਾਂ ਲੈਂਦੇ ਹੈ ਜਿੱਥੇ ਕਿ ਉਹਨਾਂ ਨੂੰ ਨਾਮ ਜਪਣ ਵਾਲੀ ਸੰਗਤ ਹੋਵੇ। ਫਿਰ ਨਾਮ ਜਪ ਕੇ ਅੰਦਰਲੀ ਚੜ੍ਹਾਈ ਦੇ ਨਾਲ ਫਿਰ ਛੁੱਟਦੇ ਹੈ। ਇਸ ਕਰਕੇ ਤਰਨ ਤਾਰਨ 'ਚ ਫਰਕ ਹੈ। ਪਰ ਭਗਤ ਸਿੱਧਾ ਰੱਬ ਕੋਲ ਚਲ ਜਾਂਦਾ, ਜਿਹਦੇ ਨਾਲ ਮੰਦਰ ਹੋਏ, ਉਹਦੀਆਂ ਕੋਲਾਂ ਵੀ ਤਰ ਜਾਂਦੀਆਂ। ਔਰ ਦੇਖਿਓ ਉਹਦੀ ਸੰਗਤ ਵੀ ਤਰਨ ਲੱਗੀ। ਹੁਣ ਜਿਹੜੀ ਉਹਦੇ ਨਾਲ ਬਸ ਸਾਥੀ ਹੈ। ਪਹਿਲੀ ਲਾਈਨ ਹੈ ਨਾਇ ਮੰਨੇ, ਪਹਿਲਾਂ ਸੁਣਨ ਦੀ ਅਵਸਥਾ, ਹੁਣ ਮੰਨਣ ਦੀ ਆ ਗਈ ਹੈ। ਹਿਰਦੇ 'ਚ ਨਾਮ ਜਿਹਨਾਂ ਦੇ ਫਿਰਨਾ ਪਿਆ। ਨਾਇ ਮੰਨਿਆ ਕੁਲ ਉਦਰੈ, ਨਾਇ ਮੰਨਿਆ ਕੁਲ ਉਦਰੈ, ਸਭ ਕੁਟੰਬ ਸਵਾਇਆ। ਦੇਖੋ ਕੁਟੰਬ ਹੈ ਜਿਹੜਾ ਕਿ ਇਹ ਕੁਟੰਬ ਤੁਮ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਏ। ਐਸਾ ਕੰਮ ਮੂਲੇ ਨਾ ਕੀਜੇ, ਜਤ ਅੰਤ ਪਛੋਤਾਈਏ। ਸਤੇ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਸਦਾ ਗੁਰਮੰਤਰ ਜਪਦਾ ਰਹਿ। ਔਰ ਕੁਟੰਬ ਹੈ, ਇੱਥੋਂ ਕੁਟੰਬ ਤੋਂ ਬਾਅਦ ਕੁਟੰਬ 'ਚ ਜਿਸ ਕੁਟੰਬ ਦੇ ਵਿੱਚੋਂ ਨਾਮ ਜਪਣ ਲੱਗ ਪੈਣ, ਉਹ ਸੰਗਤ ਬਣ ਜਾਂਦੀ। ਫਿਰ ਉਹ ਕੁਟੰਬ ਨਹੀਂ ਰਹਿੰਦਾ। ਇਸ ਕਰਕੇ ਜੇ ਕੁਟੰਬ ਅੱਗਾਂ ਫਿਰ ਸੰਗਤ ਵੀ ਹੈ। ਇਸ ਕਰਕੇ ਜਿਹੜਾ ਕੁਟੰਬ ਨਾਮ ਨਹੀਂ ਜਪਦਾ, ਸਾਰਾ ਖਾਸਾ ਉਧਾਰ ਉਹਨਾਂ ਦਾ ਵੀ ਹੋ ਜੂ, ਪਰ ਉਹ ਸੰਗਤ 'ਚ ਨਹੀਂ ਹੋਣੇ ਬੰਦੇ। ਇਸ ਕਰਕੇ ਬੰਦੇ ਜਿਹੜੇ ਸੰਗਤ 'ਚ ਉਹਨਾਂ ਦਾ ਦਰਜਾ ਉੱਚਾ। ਬਾਕੀ ਇਹ ਕੁਟੰਬ ਜਿਹੜਾ ਦੇਖਦੇ ਨਾਲ ਨਹੀਂ ਜਾਣਾ, ਲੇਕਿਨ ਉਧਾਰ ਉਹਨਾਂ ਦਾ ਹੋਊਗਾ ਜਿਹੜੇ ਕਿ ਨਾਮ ਜਪਣ ਲੱਗ ਪੈਣ। ਫਿਰ ਉਹ ਸੰਗਤ ਨਹੀਂ ਰਹਿੰਦੀ। ਜਿੱਦਾਂ ਗੁਰੂ ਦਸਮ ਪਾਤਸ਼ਾਹ ਦੀ ਸਾਰੀ ਵਾਂਸੀ ਦੇਖੋ, ਕਿੱਡੀ ਪੋਤੀਆਂ ਪੋਤੇ, ਆ ਬਾਪ ਆਪਦੇ, ਉਹ ਸਾਰਾ ਵਾਂਸੀ ਤਾਂ ਮਤਲਬ ਐਡੇ ਵੱਡੇ ਗੁਰੂ ਹੋਏ। ਇਸ ਕਰਕੇ ਜਿਹੜਾ ਕੁਟੰਬ ਹੈ, ਉਹ ਬੰਦਾ ਜਿਹੜੇ ਕੁਟੰਬ ਨਾਮ ਨਹੀਂ ਜਪਦੇ, ਬਲਕਿ ਮਖੌਲ ਕਰਦੇ, ਤੰਗ ਕਰਦੇ, ਨਾਮ ਜਪਣ ਵਾਲਿਆਂ ਦੀ ਨੂੰ ਤੰਗ ਕਰਦੇ ਹੈ, ਉਹ ਵੀ ਤਰ ਜਾਂਦੇ ਹੈ, ਪਰ ਬਾਅਦ 'ਚ ਤਰਦੇ ਹੈ। ਲੇਕਿਨ ਜਿਹੜਾ ਜੀਂਦੇ ਜੀ ਜਿਸ ਫੈਮਿਲੀ 'ਚ ਸਾਰੀ ਨਾਮ ਜਪ ਰਹੀ ਹੋਏ, ਸੰਗਤ ਕਰ ਰਹੀ ਹੋਏ, ਉਹ ਕੁਟੰਬ ਨਹੀਂ ਰਹਿੰਦਾ, ਉਹ ਸੰਗਤ ਬਣ ਜਾਂਦੀ ਹੈ। ਹੁਣ ਉਹ ਸੰਗਤ ਦੀ ਅਗਲੀ ਲਾਈਨ ਆਈ। ਪਹਿਲੀ ਅਸੀਂ ਕੁਟੰਬ ਵਾਲੀ ਲਾਈਨ ਪੜ੍ਹ ਲਈਏ। ਨਾਇ ਮੰਨਿਆ ਕੁਲ ਉਦਰੈ, ਨਾਇ ਮੰਨਿਆ ਕੁਲ ਉਦਰੈ, ਸਭ ਕੁਟੰਬ ਸਵਾਇਆ, ਸਭ ਕੁਟੰਬ ਸਵਾਇਆ, ਸਭ ਕੁਟੰਬ ਸਵਾਇਆ। ਨਾਇ ਮੰਨਿਆ ਸੰਗਤ ਉਦਰੈ,
ਸੰਗ ਤੇ ਉਤਰੈ, ਨਾਇ ਮੰਨਿਐ ਸੰਗ ਤੇ ਉਤਰੈ, ਨਾਇ ਮੰਨਿਐ ਸੰਗ ਤੇ ਉਤਰੈ। ਜਿਨ ਹਿਰਦੇ ਵਸਾਇਆ, ਜਿਨ ਹਿਰਦੇ ਵਸਾਇਆ, ਜਿਨ ਹਿਰਦੇ ਵਸਾਇਆ। ਸਾਰੀ ਸੰਗਤ ਇਹਦੇ ਤੇ ਜੋ ਵਸਿਆ ਹੁੰਦਾ। ਨਾਇ ਮੰਨਿਆ ਸੰਗ ਤੇ ਉਤਰੈ, ਨਾਇ ਮੰਨਿਆ ਸੰਗ ਤੇ ਉਤਰੈ। ਜਿਨ ਹਿਰਦੈ ਵਸਾਇਆ, ਜਿਨ ਹਿਰਦੈ ਵਸਾਇਆ, ਜਿਨ ਹਿਰਦੈ ਵਸਾਇਆ। ਆਹੀ ਗੁਰੂ ਰਾਮਦਾਸ ਸਾਹਿਬ ਦੀ ਪੌੜੀ ਆ। ਉਸ ਵੇਲੇ ਸੰਗਤ ਦੀ ਕੈਸੀ ਹਾਲਤ ਸੀ। ਇੱਥੇ ਤੱਕ ਸੀ ਵੀ ਗੁਰੂ ਰਾਮਦਾਸ ਸਾਹਿਬ ਖੁਦ ਧੂੜੀ ਮੰਨਦਾ ਉਹਨਾਂ ਗੁਰਸਿੱਖਾਂ ਦੀ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਵੀ ਗਤ ਪਾਏ ਸ਼ਬਦ ਦੇ ਰਹੇ ਨੇ। ਇਹੋ ਜਿਹੀ ਸੰਗਤ ਹੁੰਦੀ ਸੀ ਗੁਰਸਿੱਖਾਂ ਦੀ। ਐਡੀ ਗਰੀਬੀ ਸੀ ਗੁਰੂਆਂ 'ਚ। ਉਹ ਕਹਿੰਦੇ ਮੈਨੂੰ ਮੇਰਾ ਪਾਪੀ ਦਾ ਵੀ ਉਧਾਰ ਹੋ ਜਾਂਦਾ ਇਹਨਾਂ ਗੁਰਸਿੱਖਾਂ ਦੀ ਨਾਮ ਜਪਣ ਵਾਲੇ ਦੀ ਸੰਗਤ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਵੀ ਗਤ ਪਾਏ। ਕਿਉਂ? ਗੁਰਸਿੱਖਾਂ ਨੂੰ ਸ਼ਾਬਾਸ਼ ਆ, ਹਰ ਤੁਠਾ ਮੇਲ ਬਣਾਏ। ਗੁਰਸਿੱਖਾਂ ਦੇ ਸ਼ਾਬਾਸ਼ ਹੈ ਜਿਹੜੀ ਸਾਰੀ ਐਡੀ ਵੱਡੀ ਨਾਮ ਜਪਣ ਵਾਲੀ ਸੰਗਤ। ਗੁਰੂ ਕਾਲ ਵੇਲੇ ਅੱਜ ਕੱਲ੍ਹ ਨਾਮ ਅਲੋਪ ਹੋ ਰਿਹਾ। ਬਾਕੀ ਪਾਠ ਪੂਠ ਜਿੰਨਾ ਪਖੰਡਾ ਗਾਂ ਤੁਰਿਆ, ਕੋਈ ਨਾਮ ਜਪਣ ਵਾਲੀ ਸੰਗਤ ਨਹੀਂ ਹੈ। ਇਸ ਕਰਕੇ ਤਾਂ ਕਲਾ ਨਹੀਂ ਵਰਤਦੀ। ਆ ਦੇਖੋ ਆ ਹਾਲਤ ਸੀ ਸੰਗਤ ਦੀ ਉਸ ਵੇਲੇ। ਨਾਇ ਮੰਨਿਐ ਕੁਲ ਉਦਰੈ, ਨਾਇ ਮੰਨਿਐ ਕੁਲ ਉਦਰੈ। ਆਦੇ ਨਾਮ ਨੂੰ ਮਖੌਲ ਹੋ ਰਹੇ ਨੇ ਜੀ। ਨਾਮ ਜਪਣ ਦੀ ਲੋੜ ਨਹੀਂ, ਬਸ ਉਹਦੇ ਖਿਆਲਾਂ 'ਚ ਰਹੋ। ਇਹ ਸਭ ਉਲਟੇ ਚਾਲੇ ਹੈ। ਕਿਹੜਾ ਲੋਏ ਨਾ ਹੋਏ ਐਡੀ ਉਡਿਆਈ ਨਾਮ ਦੀ ਦਿੱਤੀ ਹੈ। ਕਿੱਥੇ ਲੇਖਾ ਗਾਓਗੇ ਤੁਸੀਂ ਨਿੰਦਕੋ। ਨਾਇ ਮੰਨਿਐ ਕੁਲ ਉਦਰੈ, ਨਾਇ ਮੰਨਿਐ ਕੁਲ ਉਦਰੈ। ਸਭ ਕੁਟੰਬ ਸਵਾਇਆ, ਸਭ ਕੁਟੰਬ ਸਵਾਇਆ, ਸਭ ਕੁਟੰਬ ਸਵਾਇਆ। ਨਾਇ ਮੰਨਿਐ ਸੰਗ ਤੇ ਉਤਰੈ, ਨਾਇ ਮੰਨਿਐ ਸੰਗ ਤੇ ਉਤਰੈ। ਜਿਨ ਹਿਰਦੈ ਵਸਾਇਆ, ਜਿਨ ਹਿਰਦੈ ਵਸਾਇਆ, ਜਿਨ ਹਿਰਦੈ ਵਸਾਇਆ। ਨਾਇ ਮੰਨਿਐ ਸੁਣੇ ਉਧਰ। ਨਾਲੇ ਮਨ 'ਚ ਚੱਲ ਰਿਹਾ, ਨਾਲੇ ਰਸਨਾ ਨਾਲ ਨਾਮ ਜਪ ਰਿਹਾ, ਨਾਲੇ ਕੰਨਾਂ 'ਚ ਸੁਣ ਲਿਆ। ਇਹ ਤਿੰਨੇ ਅਵਸਥਾ ਇਕੱਠੀਆਂ ਚੱਲਦੀਆਂ। ਸਰਵਣੀ ਸੁਣੀਐ, ਰਸਨਾ ਗਾਈਐ, ਹਿਰਦੇ ਧਿਆਈਐ ਸੋਈ। ਤਿੰਨੇ ਅਵਸਥਾ ਇਕੱਠੀਆਂ ਚੱਲਦੀਆਂ। ਕੰਨਾਂ 'ਚ ਸੁਰਤ ਔਰ ਆਨੰਦ ਸ਼ਬਦ ਚੱਲ ਰਿਹਾ। ਅੱਗੇ ਰਸਨਾ ਦੇ ਨਾਲ ਨਾਮ ਜਪ ਰਿਹਾ ਹੈ ਔਰ ਹਿਰਦੇ ਫੇਰ ਚਲੇ ਤਦ ਨਾਲੀ। ਹਿਰਦੇ ਦੇ ਵਿੱਚ ਵੀ ਸਾਰਾ ਗੁਰਮੰਤਰ ਚੱਲ ਰਿਹਾ। ਤਿੰਨੇ ਅਵਸਥਾ ਅਖੀਰ ਤੱਕ ਇਕੱਠੀਆਂ ਜਾਂਦੀਆਂ ਹੈ। ਇਹ ਸਰਵਣੀ ਸੁਣੀ। ਕੀ ਸੁਣਦਾ? ਵਾਹਿਗੁਰੂ 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 ਵਾਹਿਗੁਰੂ। ਇਹ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਹਿਰਦੇ ਨਾਲ ਹਿਰਦੇ ਧਿਆਈਐ ਸੋਈ। ਬਾਣੀ ਦੀਆਂ ਤੁਕਾਂ ਦੇ ਰਹੇ ਹੈ। ਸਰਵਣੀ ਸੁਣੀ। ਪ੍ਰਕਾਸ਼ ਦੀਆਂ ਕਹਾਣੀਆਂ ਨਹੀਂ ਅਸੀਂ ਪਾ ਰਹੇ। ਸਰਵਣੀ ਸੁਣੀਐ, ਰਸਨਾ ਗਾਈਐ, ਹਿਰਦੈ ਧਿਆਈਐ ਸੋਈ। ਆ ਗਿਆ ਸੋਈ ਉਹ ਕੋਡ ਵੜ ਰੱਖਦਾ। ਹਿਰਦੈ ਧਿਆਈਐ ਸੋਈ। ਨਾਇ ਮੰਨਿਐ ਕੁਲ ਉਧਰੈ, ਨਾਇ ਮੰਨਿਐ ਕੁਲ ਉਧਰੈ। ਸਭ ਕੁਟੰਬ ਸਵਾਇਆ, ਸਭ ਕੁਟੰਬ ਸਵਾਇਆ, ਸਭ ਕੁਟੰਬ ਸਵਾਇਆ। ਨਾਇ ਮੰਨਿਐ ਸੰਗ ਤੇ ਉਧਰੈ, ਨਾਇ ਮੰਨਿਐ ਸੰਗ ਤੇ ਉਧਰੈ। ਜਿਨ ਹਿਰਦੈ ਵਸਾਇਆ, ਜਿਨ ਹਿਰਦੈ ਵਸਾਇਆ, ਜਿਨ ਹਿਰਦੈ ਵਸਾਇਆ। ਨਾਇ ਮੰਨਿਐ ਸੁਣੇ ਉਧਰੈ,
ਜਪਦੀ ਜਪਦੀ ਰਸਨਾ 'ਚ ਰਸ ਆ ਗਿਆ। ਅਗਲੀ ਸਟੇਜ ਚੜਿਆ, ਨਾਲੇ ਦੇ ਰਸਨਾ ਨਾਲ ਨਾਮ ਜਪਿਆ, ਨਾਲੇ ਗਟਕਾਰੇ ਰਸਤੇ ਮਾਰ ਲਿਆ, ਸਭ ਕੁਝ ਮੂੰਹ ਭਰ ਗਿਆ ਰਸ ਨਾਲ। ਇਹ ਨਾ ਮੰਨਿਆ ਸੁਣੇ ਜਿਹਨੇ ਅੰਦਰ ਮੰਨਣ ਕਰ ਲਿਆ ਔਰ ਫਿਰ ਸੁਣ ਵੀ ਲਿਆ ਉਹਨੂੰ ਸ਼ਬਦ, ਔਰ ਫਿਰ ਰਸਨਾ 'ਚ ਵੀ ਗਟਾ ਕੇ ਨਿਕਲ ਰਹੇ। ਜਿਨ ਰਸਨ ਰਸਾਇਆ, ਜਿਨ ਰਸਨ ਰਸਾਇਆ, ਜਿਨ ਰਸਨ ਰਸਾਇਆ, ਉਸ ਵੇਲੇ ਦੁੱਖ ਭੁੱਖ ਸਭ ਦੂਰ ਜਾਂਦੇ। ਫਿਰ ਨਾ ਮੰਨਿਆ ਦੁੱਖ ਭੁੱਖ ਗਈ, ਨਾ ਮੰਨਿਆ ਦੁੱਖ ਭੁੱਖ ਗਈ। ਆ ਵੱਡੀ ਕਲਾ ਵੀ ਉਸ ਵੇਲੇ ਫਿਰ ਚਿੱਤ ਲੱਗ ਜਾਂਦਾ, ਅੰਦਰਲਾ ਜਿਹੜਾ ਲਹਿਰ ਕੋਈ ਉੱਠਦੀ ਨਹੀਂ ਬਾਹਰ ਜਾਣ ਦੀ, ਚਿੱਤ ਅੰਦਰ ਚਿੱਤ ਲੱਗ ਜਾਂਦਾ ਨਾਮ ਦੇ ਨਾਲ। ਇਹੋ ਚਿੱਤ ਹੈ ਭਾਈ ਸਾਹਿਬ ਜੀ। ਅਸੀਂ ਰੋਜ਼ ਸ਼ਬਦ ਪੜ੍ਹ ਲੈਂਦੇ, ਜਾ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਵੀ ਭੱਜ ਖਲੇ, ਸਭੋ ਭੱਜੇ ਆਸਰਾ, ਚੁੱਕੇ ਸਭ ਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲਗੇ ਨਾ ਤਖਤੀ ਵਾਓ। ਕਥਾ ਕਰਨ ਵਾਲੇ ਸਾਰੇ ਜੀ ਆ ਦੇਖੋ ਜੀ, ਇੰਨੀਆਂ ਮੁਸ਼ਕਿਲਾਤ ਵੀ ਹੋਣ, ਜੇ ਰੱਬ ਚਿੱਤ ਆ ਜੇ, ਜਿਹੜਾ ਕਹਿੰਦੇ ਖਿਆਲਾਂ 'ਚ ਰੱਖ ਲਓ, ਉਹ ਖਿਆਲਾਂ 'ਚ ਨਹੀਂ, ਆ ਐਡੀਆਂ ਬੰਨ ਕੇ ਰਸ ਅੰਦਰ ਆ ਗਿਆ, ਨਾ ਸ਼ਬਦ ਸੁਣ ਰਿਹਾ, ਸਭ ਕੁਛ ਹੋਣ ਚਿੱਤ ਜਾ ਕੇ ਲੱਗਣ ਲੱਗਾ। ਜਦੋਂ ਅੰਦਰ ਸਭ ਭੁੱਖ ਲੱਗ ਗਈ, ਇਹ ਨਹੀਂ ਵੀ ਹਾਂ ਮੈਂ ਆ ਚਿੱਤ 'ਚ ਰੱਖ ਲਓ ਜੀ, ਖਿਆਲਾਂ 'ਚ ਰੱਖ ਲਓ, ਨਾਮ ਜਪਣ ਦੀ ਲੋੜ ਨਹੀਂ ਹੈ। ਓਏ ਭੋਲਿਓ, ਇਹ ਉਹ ਲੋਕ ਕਹਿੰਦੇ ਆ ਜਿਹਨਾਂ ਨੂੰ ਕੱਖ ਪਤਾ ਹੀ ਨਹੀਂ ਵੀ ਸਾਡੀ ਬਾਣੀ 'ਚ ਕੀ ਹੈ। ਇਸ ਕਰਕੇ ਨਾ ਇੰਨੀਆਂ ਅਵਸਥਾ ਲੰਘ ਕੇ ਦੁੱਖ ਭੁੱਖ ਗਈ, ਹੁਣ ਨਾਮੇ ਦੇ ਨਾਲ ਚਿੱਤ ਲੱਗਣ ਲੱਗਾ ਹੈ। ਆਡੀ ਵੱਡੀ ਸਟੇਜ ਹੈ। ਨਾ ਮੰਨਿਆ ਦੁੱਖ ਭੁੱਖ ਗਈ, ਨਾ ਮੰਨਿਆ ਦੁੱਖ ਭੁੱਖ ਗਈ, ਜਿਨ ਨਾਮੇ ਚਿੱਤ ਲਾਇਆ, ਜਿਨ ਨਾਮੇ ਚਿੱਤ ਲਾਇਆ। ਉਹ ਜਿਹੜਾ ਬੰਦਾ ਇੰਨੀ ਕਮਾਈ ਕਰਦਾ, ਉਹਨੂੰ ਫਿਰ ਤੱਤੀ ਵਾਹ ਨਾ ਲੱਗੀ, ਪਾਰ ਬ੍ਰਹਮ ਸਰਨਾਈ ਚੌਗਿਰਦ ਮਾਰੇ, ਰਾਮ ਕਾਰ ਦੁੱਖ ਲੱਗੇ ਨਾ ਪਾਈ ਸਾਰਾ। ਇਹ ਚਿੱਤ 'ਚ ਮਤਲਬ ਹੈ ਕੋਈ ਲਹਿਰ ਹੀ ਨਹੀਂ ਬਾਹਰ ਜਾਂਦੀ ਉਹਦੀ, ਜਿਚਰੇ ਮਨ ਲਹਿਰੀ ਵਿੱਚ ਹੈ ਤਿਚਰ ਹਉਮੈ ਬਹੁਤ ਕਾਰ, ਸੇਵਾ ਥਾਏ ਨਾ ਪਵੇ ਤਿਸ ਕੀ ਖਪ ਖਪ ਹੋਏ ਖੁਆਰ, ਨਾਨਕ ਸੇਵਕ ਸੋ ਆਖੀਏ ਜੋ ਸਿਰ ਧਰਿਆ ਤਾਰ। ਇਹਦਾ ਮਤਲਬ ਹੈ ਉਸ ਵੇਲੇ ਕੋਈ ਨਾ ਸੋਚ ਆਉਂਦੀ ਨਾ ਕੁਛ, ਅੰਦਰ ਹੀ ਅੰਦਰ ਮਨ ਦੇ ਵਿੱਚ ਐਸਾ ਨੂੰ ਸਵਾਦ ਆਉਂਦਾ, ਔਰ ਨਾ ਮਨ ਦੀ ਭੁੱਖ ਰਹਿੰਦੀ ਕੋਈ ਨਹੀਂ। ਨਾ ਮਨ ਦੁੱਖ ਭੁੱਖ, ਦੁੱਖ ਵੀ ਸਾਰੇ ਨਾ ਮਨ ਦੁੱਖ ਭੁੱਖ ਗਏ, ਜਿਨ ਨਾਮੇ ਚਿਤ ਲਾਇਆ, ਜਿਨ ਨਾਮੇ ਚਿਤ ਲਾਇਆ, ਜਿਨ ਨਾਮੇ ਚਿਤ ਲਾਇਆ, ਨਾਨਕ ਨਾਮ ਤਿਨੀ ਸਲਾਇਆ। ਸਲਾਇਆ ਹਿੰਦੂ ਲਫ਼ਜ਼ ਹੈ, ਔਰ ਸਿਫਤ ਕਰਨੀ ਉਰਦੂ ਲਫ਼ਜ਼ ਹੈ। ਸਿਫਤ ਉਰਦੂ ਦਾ ਲਫ਼ਜ਼ ਹੈ, ਸਲਾਹ ਸਾਡਾ ਹਿੰਦੂ ਸਾਲਾ ਹੀ ਸਾਲਾ, ਦਰਸ਼ਨ ਰੂਪ ਅਪਾਰ। ਮੁਸਲਮਾਨਾਂ ਸਿਫਤ ਸ਼ਰੀਅਤ, ਮੁਸਲਮਾਨਾਂ 'ਚ ਰੱਬ ਦੀ ਸਿਫਤ ਨਹੀਂ ਰਹੀ, ਔਰ ਉਹ ਰਹਿਤਨਾਮਿਆਂ 'ਚ ਆਪਣੀਆਂ ਜਿਹੜੀ ਹਦੀਸ ਕਿਤਾਬ ਆ ਉਹਦੇ ਵਿੱਚ ਸ਼ਰ੍ਹਾਂ 'ਚ ਪੈ ਗਏ ਸਾਰੇ ਮੁਸਲਮਾਨ। ਸਾਡੇ ਵੀ ਜਿੰਨੇ ਹੈ ਸਾਰੇ ਰਹਿਤਨਾਮਿਆਂ ਦੂਸਰੀਆਂ 'ਚ ਪਾ ਕੇ, ਤੇ ਜਿਹੜੀ ਸਿਫਤ ਹੈ ਨਰੋਲ, ਔਰ ਦੋਨੋਂ ਦੋ ਲਫ਼ਜ਼ ਲਹਿਦਾ ਨਹੀਂ ਹੈ ਜਪਜੀ ਸਾਹਿਬ 'ਚ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਇੱਕੋ ਹੀ ਲਫ਼ਜ਼ ਹੈ, ਇੱਕ ਮੁਸਲਮਾਨੀ ਲਫ਼ਜ਼ ਹੈ, ਇੱਕ ਹਿੰਦੂ ਲਫ਼ਜ਼ ਹੈ। ਨਾਨਕ ਪਾਤਸ਼ਾਹ ਇੱਕ ਪਾਤਸ਼ਾਹ, ਔਰ ਇਸੇ ਨੂੰ ਸਿਫਤ ਸਲਾਹ ਦੋਨਾਂ ਨੂੰ ਵਾਹ। ਗੁਰੂ ਅਮਰਦਾਸ ਸਾਹਿਬ ਕਹਿੰਦੇ ਵਾਹੋ ਵਾਹੋ ਸਿਫਤ ਸਲਾਹ ਹੈ, ਗੁਰਮੁਖੇ ਬੂਝੇ ਕੋਈ। ਕਿਸੇ ਨੂੰ ਵਿਰਲੇ ਨੂੰ ਪਤਾ ਲੱਗੂਗਾ ਕਿ ਇੱਕੋ ਲਫ਼ਜ਼ ਹੀ ਹੈ। ਇਸ ਕਰਕੇ ਇੱਥੇ ਇਹ ਹਿੰਦੂ ਲਫ਼ਜ਼ ਲਾਤਾ, ਨਾਨਕ ਨਾਮ ਤੇਰੀ ਸਲਾਹ, ਨਾਨਕ ਨਾਮ ਤੇਰੀ ਸਲਾਹ, ਜਿਨ ਗੁਰੂ ਮਿਲਾਇਆ। ਗੁਰੂ ਸ਼ਬਦ ਹੈ, ਗੁਰੂ ਇਹ ਨਹੀਂ ਵੀ ਕੋਈ ਦੇ ਜਾਣ ਕੇ ਗੁਰੂ, ਗੁਰੂ ਸ਼ਬਦ ਹੈ। ਸ਼ਬਦੇ ਗੁਰੂ ਸੁਰਤੇ ਧੁਨੇ ਚੇਲਾ। ਇਸ ਕਰਕੇ ਸਾਡਾ ਸ਼ਬਦ ਕਈ ਵਾਰੀ ਅਸੀਂ ਇੰਨੀਆਂ ਦਾਸ ਨੂੰ ਜਸਵੇ ਆ ਕੈਲਗਰੀ ਵਾਲੇ ਜਾਂ ਸਾਰੇ, ਮੈਂ ਕਿਸੇ ਵੇਲੇ ਜਾਣਾ ਬੱਚੇ ਐਸੇ ਐਸੇ ਸਵਾਲ ਪੁੱਛਦੇ, ਆ ਹੁਣ ਅਸੀਂ ਗੁਰੂ ਖੋਲ੍ਹਣਾ ਵੀ ਗੁਰੂ ਦੇ ਨਹੀਂ ਹੈ ਸਾਡੀ। ਉਹ ਮੈਨੂੰ ਪੁੱਛਦੇ ਪਿਤਾ ਜੀ ਵਾਈ ਦੀ ਬਾਤ ਤੁਹਾਡੀ ਵੋਮਨ ਗੁਰੂ, ਦੇਖੋ ਕਿੰਨਾ ਵੱਡਾ ਕੰਮ।
ਦਸੇ ਗੁਰੂ ਆਦਮੀ ਹੋਏ, ਵਮਨ ਗੁਰੂ ਕਿਉਂ ਨਹੀਂ ਹੋਇਆ? ਅਸੀਂ ਉਹਨਾਂ ਨੂੰ ਦੱਸਿਆ ਸਾਡਾ ਗੁਰੂ ਨਾ ਉਹ ਕਾਮਨ ਜੈਂਡਰ ਹੈ, ਉਹ ਬੀਬੀ ਵੀ ਨਹੀਂ, ਨਾ ਉਹ ਆਦਮੀ ਹੈ, ਨਾ ਕੌਣ। ਕਹਿੰਦੀ ਫਿਰ ਕੀਤਾ ਉਹ ਕੀ ਇਹੋ ਜਿਹਾ ਗੁਰੂ ਹੈ? ਅਸੀਂ ਕਿਹਾ ਸਾਡਾ ਸ਼ਬਦ ਗੁਰੂ, ਸ਼ਬਦ ਦੀ ਕੋਈ ਦੇਖ ਨਹੀਂ ਹੈ। ਇਸ ਕਰਕੇ ਜਿੱਥੇ ਗੁਰੂ ਆ ਜਾਏ ਕਦੀ ਧਿਆਨ ਨਹੀਂ ਜਾਣਾ। ਔਰ ਹੈਰਾਨਗੀ ਦੀ ਗੱਲ ਹੈ ਕਿ ਕਿੱਦਾਂ ਸਮਝ ਆਓਗੇ ਵੀ ਸਾਡਾ ਸਾਰੇ ਗੁਰੂ ਮੈਂ ਨਹੀਂ ਹੋਏ, ਲੇਕਿਨ ਉਹ ਦੀਖਿਆ ਦੇਣ ਵਾਲੇ ਗੁਰੂ ਸੀ। ਜਿਹੜਾ ਸਾਡਾ ਅਸਲ ਗੁਰ ਪਰਮੇਸ਼ਰ ਹੈ ਉਹਦਾ ਕੋਈ ਜੈਂਡਰ ਨਹੀਂ ਹੈ। ਇਸ ਕਰਕੇ ਵਮਨ ਤੇ ਉਹ ਸਾਰਾ ਸਵਾਲ ਨਹੀਂ ਪੈਦਾ ਹੁੰਦਾ। ਸਾਡਾ ਜਿਹੜਾ ਸ਼ਬਦ ਗੁਰੂ ਹੈ, ਜਿਹੜਾ ਕਿ ਜਿਹਦੀ ਦੇਹ ਨਹੀਂ ਹੈ, ਔਰ ਉਹ ਗੁਰੂ ਜਪਣ ਵਾਲਾ ਸ਼ਬਦ ਹੈ। ਗੁਰੂ ਗੁਰੂ ਜਪੇ ਵੀ ਤੁਮਾਰੇ। ਇਸ ਕਰਕੇ ਸਾਡੇ ਆ ਬਾਹਰਲੇ ਤੁਸੀਂ ਦੇਹਧਾਰੀ ਗੁਰੂ ਕਰ ਲੋਗੇ, ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਸੇਫ ਕਰ ਸਕਦੇ। ਅੱਜ ਕੱਲ੍ਹ ਪੰਜਾਬ 'ਚ ਇਹ ਜਿਹੜੇ ਦੇਹਧਾਰੀ ਇਹ ਬਣੇ ਬੈਠੇ ਆ ਸਾਰੇ ਸੰਤ ਸਾਧ ਗੁਰੂ ਆਪਣੇ ਆਪ, ਉਹਨਾਂ ਕੋਲ ਤੁਸੀਂ ਧੀਆਂ ਭੈਣਾਂ ਨਹੀਂ ਛੱਡ ਸਕਦੇ। ਸਾਡੇ ਗੁਰੂ ਆ ਸ਼ਬਦ ਗੁਰੂ ਕੋਲ ਜਿਹੜਾ ਮਰਜ਼ੀ ਆਣ ਕੇ ਇਹਦੇ ਕੋਲ ਫਾਇਦਾ ਲੈ ਸਕਦਾ। ਤਾਂ ਐਡਾ ਵੱਡਾ ਗਿਆਨ ਆਇਆ ਕਿ ਇਹ 'ਚ ਦੇਹ ਭੱਜੀ ਪਈ ਹੈ, ਦੇਹ ਦੀ ਕੋਈ ਲੋੜ ਨਹੀਂ ਹੈ ਗੁਰੂ ਦੀ। ਦੇਹ ਸਦਾ ਗਲਤੀ ਕਰ ਸਕਦੀ ਹੈ। ਟੂ ਐਰਰ ਇਜ਼ ਹਿਊਮਨ। ਇਸ ਕਰਕੇ ਜਿਹੜਾ ਗੁਰੂ ਦੇਹ ਵਾਲਾ ਨਹੀਂ ਹੈ ਉਹ ਨਹੀਂ ਗਲਤੀ, ਉਹ ਹੈ ਸਾਡਾ ਸੱਤੇ ਗੁਰੂ ਜਿਸ ਦਾ ਹੋਂਦਾ। ਇਸ ਕਰਕੇ ਵਮਨ ਔਰ ਇਹਨਾਂ ਦਾ ਸਵਾਲ ਨਹੀਂ ਹੈ। ਸਾਡੇ ਗੁਰੂ ਕੋਲ ਰਾਤ ਦਿਨ 24 ਘੰਟੇ ਕੋਈ ਬੀਬੀ ਧੀ ਭੈਣ ਸਭ ਬੈਠ ਸਕਦੀ ਹੈ, ਇਸ ਗੁਰੂ ਸ਼ਬਦ ਦਾ ਅਭਿਆਸ ਕਰ ਸਕਦੀ ਹੈ। ਲੇਕਿਨ ਬਾਕੀ ਸਾਰੀ ਕਰਪਸ਼ਨ ਫੈਲ ਰਹੀ ਹੈ। ਇਸੇ ਕਰਕੇ ਜਦੋਂ ਅਸੀਂ ਦੇਹ 'ਚ ਕਿਸੇ ਨੂੰ ਮੰਨ ਕੇ ਬਹਿ ਜਾਂਦੇ ਹਾਂ। ਇਸ ਕਰਕੇ ਦੇਹੀ ਕਾਚੀ ਕਾਗਜ਼ ਮਿਕਦਾਰਾ, ਬੂੰਦ ਪਵੇ ਟੈਚ ਬਿਨਸਤ ਲਗੇ ਨਾ ਬਾਰਾ। ਇਸ ਕਰਕੇ ਦੇਹੀ ਸਾਡਾ ਗੁਰੂ ਨਹੀਂ ਹੈ, ਸਾਰੇ ਗਿਆਨ 'ਚ ਭੱਜੀ ਪਈ ਹੈ। ਤੋ ਵਮਨ ਗੁਰੂ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਤੇ ਇਸ ਕਰਕੇ ਮਹਾਰਾਜ ਨੇ ਆ ਪੌੜੀ ਦਾ ਅਖੀਰਲੀ ਲਾਉ ਲਾਇਆ, ਨਾਨਕ ਨਾਮ ਤੇ ਨਿਸਾਲਾ, ਨਾਨਕ ਨਾਮ ਤੇ ਨਿਸਾਲਾ, ਜਿਨ ਗੁਰੂ ਮਿਲਾਇਆ, ਜਿਨ ਗੁਰੂ ਮਿਲਾਇਆ, ਜਿਨ ਗੁਰੂ ਮਿਲਾਇਆ। ਅਗਰ ਅਸੀਂ ਬੁੱਕਲੈਟ ਦਾ ਪੇਜ 8 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਹੈ 1242, ਪੇਜ 1242, ਔਰ ਪੌੜੀ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਉਹਨਾਂ ਦੀ ਪੌੜੀ ਰਾਹੀਂ ਕਰ ਰਹੇ ਹਾਂ ਅਸੀਂ। ਨਾਇ ਮੰਨਿਐ ਦੁਰਮਤੇ ਗਈ, ਨਾਇ ਮੰਨਿਐ ਦੁਰਮਤੇ ਗਈ, ਦੁਰਮਤ ਭਾਂਡਾ ਹੂਟਾ। ਦੇਖੋ ਭਾਈ ਸਾਹਿਬ ਜੀ, ਜਿਹੜੀ ਦੁਰਮਤ ਅੰਦਰੋਂ ਉੱਠਦੀ ਹੈ ਸਾਡੇ ਅੰਦਰ ਖਿਆਲ, ਜੇ ਤੁਸੀਂ ਨਾ ਵੀ ਦੁਰਮਤ ਕਰੋਗੇ ਤੁਹਾਨੂੰ ਸੁਪਨੇ ਭੈੜੇ ਭੈੜੇ ਗੰਦੇ ਆ ਜਾਣਗੇ। ਜਿੰਨ ਚੱਕਰ ਤੁਸੀਂ ਨਾਮ ਆ ਪੌੜੀ ਨਹੀਂ ਆਉਂਦੀ, ਆ ਅਵਸਥਾ ਆਉਂਦੀ ਹੈ ਕਿ ਦੁਰਮਤ ਕਦੋਂ ਹਟਦੀ ਹੈ? ਜਦੋਂ ਅੰਦਰ ਇੰਨਾ ਗਿਆਨ ਆ ਜਾਂਦਾ, ਇੰਨਾ ਮਾਇਆ ਵੀ ਪਰੇ ਹੋ ਜਾਂਦੀ। ਉਹ ਸਾਡੇ ਅੰਦਰ ਇੱਕ ਆੜਾ ਭਾਂਡਾ ਹੈ ਹਿਰਦਾ, ਇੱਕ ਮੰਦੇ ਖਿਆਲ ਹੁੰਦੇ ਸੀ। ਜਨਮਾਂ ਜਨਮਾਂ ਤੋਂ ਸੁਪਨੇ ਐਸੇ ਆਉਣੇ ਸਾਰੇ। ਤੁਸੀਂ ਬਾਹਰ ਭਾਵੇਂ ਨਾਮ ਨਾ ਲੱਗੇ ਹੋ, ਸੰਗਤ ਸਾਹਿਬ ਸਿੱਖੀ ਦਾ ਕੰਮ, ਐਸਾ ਭੈੜੇ ਸੁਪਨੇ ਆ ਜਾਣਗੇ, ਕਹਿਣਗੇ ਯਾਰ ਮੈਨੂੰ ਕੀ ਹੋ ਗਿਆ। ਉਹ ਤਦੇ ਬਣ ਕੇ ਲਿਖਿਆ ਉਹਨਾਂ ਬੰਦਿਆਂ ਨੂੰ, ਸੁਪਨੇ ਸੁੱਖ ਵੀ ਨਹੀਂ। ਸੁਪਨੇ ਵੀ ਐਸੀ ਅਵਸਥਾ ਹੈ ਅੰਦਰਲੀ, ਕਿਉਂਕਿ ਹਲੀ ਹਿਰਦਾ ਸਾਫ਼ ਨਹੀਂ ਹੋਇਆ। ਮੰਨਣ ਦੀ ਅਵਸਥਾ ਜੀ ਠੀਕ ਨਹੀਂ ਹੋਈ। ਜਦੋਂ ਮੰਨਣ ਹੋ ਜਾਂਦਾ, ਉਹਦੇ 'ਚ ਆ ਅਵਸਥਾ ਹੁੰਦੀ। ਸਦਾ ਲਈ ਯਾਦ ਰੱਖ ਲਓ, ਜੇ ਅੰਦਰੋਂ ਦੁਰਮਤ ਗਾਉਣੀ ਹੈ ਤੇ ਕਬੀਰ ਸਾਹਿਬ ਦਾ ਸੁਨਹਿਰੀ ਸ਼ਬਦ ਹੈ, ਉਸ ਵੇਲੇ ਸਾਰਾ ਗਿਆਨ ਵੀ ਆ ਜਾਂਦਾ ਔਰ ਅੰਦਰ ਪ੍ਰਕਾਸ਼ ਵੀ ਹੋ ਜਾਂਦਾ। ਦੇਖੋ ਪਾਈ, ਦੇਖੋ ਪਾਈ, ਦੇਖੋ ਗਿਆਨ ਕੀ ਆਈ। ਉਸ ਵੇਲੇ ਆਪਣੇ ਆਪ ਸ਼ਬਦ ਖੁੱਲ੍ਹਣੇ ਸ਼ੁਰੂ, ਅੰਦਰ ਇੰਨਾ ਗਿਆਨ ਆਉਣਾ ਸ਼ੁਰੂ ਹੋ ਜਾਂਦਾ ਔਰ ਉਹ ਗਿਆਨ ਖੰਡ 'ਚ ਪੈਰ ਰੱਖ ਲੈਂਦਾ ਵੀ ਅਸੀਂ ਫਿਰ ਦੇਖੋ ਪਾਈ, ਦੇਖੋ ਪਾਈ। ਆਹ ਹੱਡਾਂ ਰੋਟੀਆਂ 'ਚ ਪਸ਼ੂ ਸੁੱਟਣ ਵਾਲੇ ਨੂੰ, ਆ ਜੁਲਾਹੇ ਨੂੰ, ਆ ਚਿੰਬੇ ਨੂੰ, ਆ ਸਾਰਿਆਂ ਨੂੰ ਆ ਨਾਮ ਰੱਬ ਆਪ ਮਿਹਰ ਉਹਨਾਂ 'ਤੇ ਕਰਦਾ ਕਿ ਉਹਨਾਂ ਦੇ ਅੰਦਰ ਆਨ ਭਵੀ ਗਿਆਨ ਭੇਜਦਾ। ਆ ਜਿਹੜੀ ਬਾਕੀ ਗਿਆਨ ਹੈ ਚਤਰਾਈ ਹੈ, ਇਹਦੇ ਨਾਲ ਪੰਜ ਨਹੀਂ ਵਸ ਆਉਣੇ। ਜਿਹੜਾ ਅੰਦਰ ਗਿਆਨ ਆਉਣਾ ਹੈ ਉਹ ਦੇ, ਔਰ ਗਿਆਨ ਗੁਰੂ ਬਗੈਰ ਨਹੀਂ ਆਉਣਾ। ਔਰ ਦੀਖਿਆ ਗੁਰੂ ਨਾਲ, ਜੇ ਕੋਈ ਦੀਖਿਆ ਲੈਣੀ ਹੈ ਉਹ ਆਣ ਕੇ ਤਾਰੀਆਂ ਤਾਰਾਂ ਜੋੜ ਲਏਗਾ ਪਿੱਛੇ ਜਿਹੜਾ ਗੁਰੂ ਕੀਤਾ। ਕਿਉਂਕਿ ਬੇਨ ਗੁਰ ਦੀਖਿਆ ਕੈਸੇ ਗਿਆਨ, ਗੁਰੂ ਬਾਬਾ ਨਾਨਕ ਕਹਿੰਦਾ।
ਇਸ ਕਰਕੇ ਗੁਰੂ ਵਾਲੇ ਬਣ ਕੇ ਉਹ ਫਿਰ ਤਾਰਾਂ ਜੋੜਦਾ ਪਿੱਛੋਂ, ਉਹ ਗਿਆਨ ਭੇਜਦਾ। ਔਰ ਨੇਰੀ ਵਾਂਗੂ ਇਹਨੂੰ ਗਿਆਨ ਨੂੰ ਅਨੁਭਵੀ ਗਿਆਨ ਕਿਹਾ ਹੈ। ਦੇਖੋ ਭਾਈ, ਦੇਖੋ ਭਾਈ, ਦੇਖੋ ਗਿਆਨ ਕੀ ਆਈ ਆਮੀ, ਇਹ ਸਭ ਉਡਾਨੀ ਭਰਮ ਕੀ ਟਾਟੀ, ਰਹੇ ਨ ਮਾਇਆ ਬਾਂਦੀ। ਕਬੀਰ ਸਾਹਿਬ ਕਹਿੰਦੇ ਆ ਜਿੱਦਾਂ ਕਿ ਛੰਨ ਪਾਈ ਹੋਵੇ ਉਹ ਸਾਰੀ ਮਾਇਆ ਨਾ ਬੰਨੀ ਹੈ। ਛੰਨ ਦੇ ਵਿੱਚ ਦੋ ਕੰਧਾਂ ਹੁੰਦੀਆਂ ਔਰ ਵਿੱਚ ਇੱਕ ਵੱਡਾ ਗਾਰਡਨ, ਵੱਡਾ ਸਾਰਾ ਬੜਾ ਪਾਇਆ ਹੁੰਦਾ ਬਲੇਂਡਾ, ਜਿਹਦੇ ਉੱਤੇ ਉਹ ਟ੍ਰਾਇੰਗਲ ਕਰਕੇ ਹੈ ਛੰਨ ਦੇ, ਤੇ ਉਹ ਬੜਾ ਵੱਡਾ ਬੜਾ ਹੁੰਦਾ, ਉਹਨੂੰ ਬਲੇਂਡਾ ਕਿਹਾ ਹੈ। ਆਲੇ ਦੁਆਲੇ ਦੋ ਕੰਧਾਂ ਹੁੰਦੀਆਂ, ਉਹਦੇ ਉੱਤੇ ਫਿਰ ਛੱਪੜੀ ਪਾਈ ਹੁੰਦੀ ਹੈ। ਤੇ ਇਸ ਕਰਕੇ ਬਾਹਰ ਕਹਿੰਦਾ ਇਹ ਦੋ ਕੰਧਾਂ ਵਿੱਚ ਸਾਡਾ ਮਨ ਦੋ ਚੇਤਾ ਰਹਿੰਦਾ। ਕਦੀ ਨਾਮ ਜਪਣ ਲੱਗ ਪੈਂਦਾ, ਕਦੀ ਉਹ ਕਹਿੰਦੇ ਨਾ ਗੱਬ ਗੱਬੇ ਦੀ ਮਿੱਟੀ ਖਰਾਬ ਹੋ ਜਾਣਾ, ਜਾਂ ਆਰ ਹੋ ਜਾ ਜਾਂ ਪਾਰ ਹੋ ਜਾ। ਇਹ ਪਹਿਲਾਂ ਨਾਮਤੀ ਹੁੰਦੀਆਂ, ਮਨ ਕਦੀ ਜਪ ਰਿਹਾ, ਕਦੀ ਹਟ ਗਿਆ, ਕਦੀ ਫੇਰ ਡਿਸਆਲਟਡ ਹੋ ਗਏ ਸਾਰੇ। ਇਹ ਦੋ ਕੰਧਾਂ ਵੈ, ਇਹ ਦੁਚਿਤਾ ਮਾਨਾ। ਪਹਿਲਾਂ ਸਭ ਤੋਂ ਪਹਿਲਾਂ ਹਨੇਰੀ ਆਈ ਗਿਆਨ ਦੀ, ਉਹ ਕੰਧਾਂ ਡਿੱਗ ਪਈ, ਕੰਧਾਂ ਡਿੱਗ ਪਈਆਂ ਤੇ ਅਗਲੀ ਉਸਲੀ ਕੁੱਲੀ ਬੰਦੀ ਸੀ, ਉਹ ਵੀ ਚੱਲੀ ਆਪ। ਔਰ ਫਿਰ ਕਹਿੰਦੇ ਜਿਹੜੀ ਕੁੱਲੀ ਡਿੱਗੀ ਹੈ, ਉਹ ਕੁੱਲੀ ਦੇ ਸੈਂਟਰ ਦੇ ਵਿੱਚ ਇੱਕ ਐਡਾ ਵੱਡਾ ਤੌੜੀ ਭਾਂਡਾ ਰੱਖਿਆ ਸੀ, ਜਿਹੜਾ ਕਿ ਮੂੰਹ ਪਿਸ਼ਾਬ ਅੰਦਰ ਤੱਕ ਖਰੇ ਕੀ ਗੰਦਮਾਲ ਸੀ। ਇਹ ਸਾਡਾ ਹਿਰਦਾ ਜੇ ਚ ਪੈੜੇ ਖਿਆਲ ਉੱਠਦੇ। ਕਹਿੰਦੇ ਉਹ ਜਿਹੜੀ ਤੌੜੀ ਸੀ ਉੱਤੋਂ ਦੀ ਬਰੇਂਡਾ ਟੁੱਟਾ, ਉਹ ਛੰਨ ਡਿੱਗੀ, ਕੰਧਾਂ ਵੀ ਡਿੱਗੀਆਂ, ਔਰ ਉਹ ਦੁਰਮਤ ਭਾਂਡਾ ਫੂਟਾ। ਆਹ ਦੁਰਮਤ ਆਉਣੀ ਹੈ। ਉਹ ਜਿਹੜਾ ਭਾਂਡਾ ਅੰਦਰ ਸੀ ਪਿਆ, ਉਹਦੇ ਕੋਲ ਹੁਣ ਬੜਾ ਖਿਆਲ ਉੱਠਦਾ ਹੈ, ਨਹੀਂ ਉਹ ਭਾਂਡਾ ਹੀ ਟੁੱਟ ਗਿਆ। ਦੇਖੋ ਕੈਸਾ ਕਬੀਰ ਸਾਹਿਬ, ਹੁਣ ਇਹ ਗੱਲਾਂ ਕਿੱਥੋਂ ਉਹਨਾਂ ਨੂੰ ਆਈ? ਉਹਨਾਂ ਨੂੰ ਉੱਤੋਂ ਆਉਂਦਾ ਸੀ ਅਨੁਭਵੀ ਗਿਆਨ, ਔਰ ਸ਼ਬਦ ਉੱਤੋਂ ਆਉਂਦੇ ਸੀ। ਔਰ ਫਿਰ ਉਹਨਾਂ ਨੇ ਆ ਲਿਖਿਆ, ਦੇਖੋ ਭਾਈ, ਦੇਖੋ ਭਾਈ, ਦੇਖੋ ਗਿਆਨ ਕੀ ਆਈ। ਆ ਕਥਾ ਕਰਨ ਵਾਲਾ ਗਿਆਨ ਨਹੀਂ ਹੈ, ਚਤਰਾਈ ਹੈ। ਇਹ ਅਨੁਭਵੀ ਗਿਆਨ ਹੈ। ਜਦੋਂ ਨਾਮ ਜਪ ਕੇ ਅੰਦਰ ਲਹਿਰਾਂ ਬੰਦ ਹੋ ਜਾਂਦੀਆਂ ਔਰ ਉਹ ਗਿਆਨ ਖੰਡ 'ਚ ਪੈਰ ਰੱਖਦਾ ਫਿਰ ਅਭਿਆਸੀ। ਦੇਖੋ ਭਾਈ, ਦੇਖੋ ਭਾਈ, ਦੇਖੋ ਗਿਆਨ ਕੀ ਆਈ ਆਂਦੀ। ਇਹ ਦੁਚਿਤੇ ਕੀ ਦੋਏ ਥੂਨ ਅੰਗਰਾਂ, ਥੂਨ ਕਹਿੰਦੇ ਕੰਧਾਂ, ਦੋ ਚਿਤੇ ਕੀ ਦੋ ਥੂਨ ਅੰਗਰਾਨੀ, ਮੋਹ ਬਲੇਂਡਾ ਟੂਟਾ। ਉਹ ਗਾਡਰ ਕਾਹਦਾ ਪਿਆ ਸੀ? ਮੋਹ ਅਟੈਚ ਹੋਇਆ ਸੀ ਤੇ ਦੁਨੀਆ ਨੂੰ। ਮੋਹ ਬਲੇਂਡਾ ਟੂਟਾ। ਇਹ ਤ੍ਰਿਸ਼ਨਾ ਛੰਨ ਕਾਹਦੀ ਸੀ? ਤ੍ਰਿਸ਼ਨਾ ਦੀ। ਤ੍ਰਿਸ਼ਨਾ ਛਾਨ ਪਰੀ ਧਾਰੇ ਉਪਰੇ, ਇਹ ਦੁਰਮਤ ਭਾਂਡਾ ਫੂਟਾ। ਅਸੀਂ ਇੱਥੇ ਦੁਰਮਤ ਤੇ ਆਉਣਾ ਹੈ। ਇਹ ਦੁਰਮਤ ਭਾਂਡਾ, ਇਹਦਾ ਭਾਂਡਾ ਹੁਣ ਸੁਪਨੇ ਵੀ ਬੜੇ ਸੋਹਣੇ ਆਉਣ ਲੱਗ ਪਏ, ਔਰ ਦੁਰਮਤ ਕੋਈ ਖਿਆਲ ਜਾਂਦਾ ਹੀ ਨਹੀਂ ਹੈ ਬਾਹਰ। ਦੁਰਮਤ ਭਾਂਡਾ ਫੂਟਾ। ਫਿਰ ਕਹਿੰਦਾ ਕਿ ਆਦਿ ਬੰਦ ਹੋ ਗਈ ਗਿਆਨ ਦੀ। ਹੁਣ ਵੱਡਾ ਲਾਲ ਸੂਰਜ ਅੰਦਰੋਂ ਚੜ੍ਹਨਾ ਸ਼ੁਰੂ ਹੈ, ਜੋਗ ਦਾ ਪ੍ਰਕਾਸ਼ਾ। ਤੋ ਦੁਰਮਤ ਭਾਂਡਾ ਫੂਟਾ ਆਂਦੀ। ਅੰਧ ਜਦੋਂ ਪਿੰਡੀ ਤੇ ਹਨੇਰੀ ਆਉਂਦੀ ਆ, ਉਹ ਕੁੜੀਆਂ ਕਲੀਆਂ ਮਾਰਦੀ ਉਡਾ ਕੇ, ਫਿਰ ਬਾਅਦ 'ਚ ਹੌਲੀ ਹੌਲੀ ਛਿੱਟਾਂ ਪੈਂਦੀਆਂ ਪਾਣੀ ਦੀਆਂ। ਜਦੋਂ ਹਨੇਰੀ ਬੰਦ ਹੋ ਜਾਂਦੀ ਹੈ, ਔਰ ਫਿਰ ਜ਼ਮੀਨ 'ਚੋਂ ਖੁਸ਼ਬੂ ਆਉਂਦੀ ਹੈ। ਇੱਦਾਂ ਬੰਦੇ ਦੇ ਅੰਦਰ ਖੁਸ਼ਬੂਆਂ ਵੀ ਆਉਣੀਆਂ। ਹਨੇਰੀ ਗਾਇਬ ਹੋ ਗਈ, ਉਹਦੇ ਨੂੰ ਸੂਰਜ ਵੀ ਲਾਲ ਲਾਲ ਚੜ੍ਹ ਗਿਆ। ਇਹ ਅੰਦਰ ਜੋਤ ਦਾ ਪ੍ਰਗਟਾਵਾ। ਤਿੰਨੇ ਚੀਜ਼ਾਂ ਦੇਖੋ ਕਬੀਰ ਸਾਹਿਬ ਕਿਆ ਖੂਬਸੂਰਤੀ ਨਾਲ ਬਿਆਨ ਕਰ ਰਹੇ ਨੇ। ਆਂਦੀ ਪਾਛੈ ਆਂਦੀ ਜੋ ਜਲ ਵਰਖਾ ਹੈ, ਅੰਮ੍ਰਿਤ ਜਲ ਦੀਆਂ ਬੂੰਦਾਂ ਅੰਦਰ ਆਉਂਦੀਆਂ। ਫਿਰ ਆਂਦੀ ਪਾਛੈ ਜੋ ਅਸੀਂ ਆਪ ਬਾਹਰ ਜਦੋਂ ਹਨੇਰੀ ਹਟ ਜਾਣੀ ਦੇਖਣੀਆਂ, ਛਿੱਟਾਂ ਪੈਣੀਆਂ,
ਖੁਸ਼ਬੂ ਆਉਂਦੀ ਸੀ ਮਿੱਟੀ ਚੋਂ। ਆਂਦੀ ਪਾਛੈ ਜੋ ਜਲ ਬਰਸੈ ਇਹ ਤਹਿ ਤੇਰਾ ਜਨ ਪੀਨਾ, ਇਹ ਤਹਿ ਤੇਰਾ ਭਿਜ ਗਿਆ ਪੀਨਾ। ਕਹੋ ਕਬੀਰ ਮਨੇ ਭਇਆ ਪਰਗਾਸਾ ਉਹਦੇ ਭਾਨ ਜਪ ਚੀਨਾ। ਉਹਦੇ ਭਾਨ ਕਹਿੰਦੇ ਸੂਰੀ ਚੜ ਗਿਆ ਅੰਦਰ ਹੋ ਗਈ। ਕਹੋ ਕਬੀਰ ਮਨੇ ਭਇਆ ਪਰਗਾਸਾ ਇਹ ਉਹਦੇ ਭਾਨ ਜਪ ਚੀਨਾ। ਆਵੈ ਸਟੇਰਿਓ ਦੇਖੋ ਭਾਈ, ਦੇਖੋ ਭਾਈ, ਦੇਖੋ ਗਿਆਨ ਕੀ ਆਈ। ਧਿਆਨ ਰੱਖਿਓ ਹੁਣ, ਦੋ ਚਿਤੇ ਕੀ ਦੋਏ ਥੂਰ ਕਰਾਂ। ਹੁਣ ਕਹਿੰਦੇ ਕੰਧਾਂ, ਦੋ ਚਿਤੇ ਕੀ ਦੋਏ ਥੂਰ ਇਹ ਮੋਹ ਬੱਲੇ ਟੂਟਾ। ਡੀਟੈਚ ਹੋ ਗਿਆ ਦੁਨੀਆ ਨਾਲੋਂ, ਵੱਖਰ ਹੋ ਗਿਆ। ਦੇਖੋ ਭਾਈ, ਦੇਖੋ ਭਾਈ, ਦੇਖੋ ਗਿਆਨ ਕੀ ਆਈ। ਇਹ ਦੋ ਚਿਤੇ ਕੀ ਦੋਏ ਥੂਨ ਗਰਾਨੀ ਮੋਹ ਬਲੇ ਟੂਟਾ। ਹੈ ਕ੍ਰਿਸ਼ਨਾ ਛਾਨ ਪਰੀ ਧਾਰੇ ਉਪਰੇ ਇਹ ਦੁਰਮਤ ਪਾਂਡਾ ਟੂਟਾ। ਇਹ ਆਂਦੀ ਪਾਛੈ ਜੋ ਜਲ ਬਰਸੈ ਇਹ ਤਹਿ ਤੇਰਾ ਜਨ ਪੀਨਾ। ਇਹ ਕਹੋ ਕਬੀਰ ਮਨੇ ਭਇਆ ਪਰਗਾਸਾ। ਭਾਨ ਕਹਿੰਦੇ ਸੂਰਜ ਨੂੰ, ਉਹਦੇ ਭਾਨ ਜਪ ਚੀਨਾ। ਹੇ ਦੁਰਮਤ ਪਾਂਡਾ ਟੂਟਾ। ਆਹੋ ਅਵਸਥਾ ਗੁਰੂ ਰਾਮਦਾਸ ਸਾਹਿਬ ਜੀ ਕਹਿ ਰਹੇ ਹੈ, ਨਾ ਮੰਨਿਆ ਦੁਰਮਤੇ ਗਈ, ਨਾ ਮੰਨਿਆ ਦੁਰਮਤੇ ਗਈ, ਹੇ ਨਾ ਮੰਨਿਆ ਦੁਰਮਤੇ ਗਈ। ਨਾ ਮੰਨਿਆ ਦੁਰਮਤੇ ਗਈ। ਮਤ ਪ੍ਰਗਟਿਆਇਆ, ਮਤ ਪ੍ਰਗਟਿਆਇਆ। ਮਤ ਆ ਗਈ, ਮਤ ਪ੍ਰਗਟਿਆਇਆ। ਲੋ ਵੱਡਾ ਰੋਗ ਗਿਆ ਇਨਸਾਨੀਅਤ ਦਾ। ਨਾ ਮੰਨਿਆ ਹਉਮੈ ਗਈ, ਨਾ ਮੰਨਿਆ ਹਉਮੈ ਗਈ। ਫੇਰ ਜਾਂਦੇ ਸਾਰੇ ਰੋਗ, ਸਭ ਰੋਗ ਗਵਾਏ। ਕਿਉਂਕਿ ਹਉਮੈ ਵੱਡਾ ਰੋਗ ਆ, ਬਾਕੀ ਨਿੱਕੇ ਮੋਟੇ ਰੋਗ ਤੇ ਠਹਿਰਦੇ ਨਹੀਂ ਨਾ ਕੇ ਉਧਰ। ਹਾਂ ਬੰਦਾ ਤੰਦਰੁਸਤ ਹੋ ਜਾਂਦਾ ਹੈ। ਨਾ ਮੰਨਿਆ ਹਉਮੈ ਗਈ, ਨਾ ਮੰਨਿਆ ਹਉਮੈ ਸਭ ਰੋਗ ਗਵਾਇਆ। ਇਹ ਸਾਰੀ ਦੁਨੀਆ ਸਾਰੇ ਬਿਮਾਰੀਆਂ ਦਾ ਇਲਾਜ ਨਹੀਂ ਦੱਸ ਰਿਹਾ ਬਾਣੀ। ਜਿਹਦਾ ਪਾਠ ਹੋ ਰਿਹਾ, ਖੰਡ ਪਾਠ ਹੋ ਰਿਹਾ, ਉਹ ਕੰਮ ਕਰਨਾ ਪੈਣਾ ਜੋ ਬਾਣੀ ਚ ਲਿਖਿਆ। ਖੰਡ ਪਾਠ ਕਰਨਾ ਨਹੀਂ ਸ੍ਰੀ ਵੇਲੇ। ਨਾ ਮੰਨਿਆ ਦੁਰਮਤੇ ਗਈ, ਮਤ ਪ੍ਰਗਟਿਆਇਆ, ਮਤ ਪ੍ਰਗਟਿਆਇਆ, ਮਤ ਪ੍ਰਗਟਿਆਇਆ। ਨੋ ਮੰਨਿਆ ਹਉਮੈ ਗਈ, ਨਾ ਮੰਨਿਆ ਹਉਮੈ ਗਈ। ਸਭੇ ਰੋਗ ਗਵਾਇਆ, ਸਭੇ ਰੋਗ ਗਵਾਇਆ, ਸਭੇ ਰੋਗ ਗਵਾਇਆ। ਨਾ ਮੰਨਿਆ ਨਾਮ ਉਪਜੈ, ਨਾ ਹੀ ਉੱਗੇਗਾ ਹੁਣ ਅੰਦਰ। ਨਾ ਮੰਨਿਆ ਨਾਮ ਉਪਜੈ। ਸਹਿਜੀ ਅਵਸਥਾ ਆ ਗਈ, ਸਹਿਜੇ ਸੁਖ ਪਾਇਆ। ਮੈਨੂੰ ਤਪ ਜਾਪ ਕਿਤੇ ਹੋਰ ਆ ਜੋ ਜੰਗਲਾਂ ਜਾਂ ਜੋ ਲਿਖੇ ਆ ਇਹਨਾਂ ਦੇ ਸਾਰੀਆਂ ਵੇਦਾਂ ਜੀ। ਹੁਣ ਬਾਨਪ੍ਰਸਥ ਆਸ਼ਰਮ ਵਾਲਾ ਛੱਡ ਦੋ, ਆਇਆ ਤਾਪ ਉਲਟੇ ਸਿੱਧੇ ਸੋ ਜੋ ਸਾਡੇ
ਗਲ ਪਾਏ ਇਹਨਾਂ ਦੀ ਸਿਮਰਿਤ ਸ਼ਾਸਤਰ ਵੇਦਾਂ ਸ਼ਾਦਾਂ ਨਾਲ। ਕਹਿੰਦਾ ਨਹੀਂ, ਸਾਡਾ ਸਹਿਜ ਦਾ ਮਾਰੇਗਾ। ਸਹਿਜੇ ਸੁਖ ਪਾਇਆ, ਸਹਿਜੇ ਸੁਖ ਪਾਇਆ। ਫਿਰ ਕੜਾ ਪਾਣੀ ਨਾਲ ਲਿਆਤਾ, ਕੋਈ ਲੋੜ ਨਹੀਂ। ਵੀ ਪੁਰਾਣੀਆਂ ਰਿਸ਼ੀ ਮਨ ਜੋ ਇਹ ਤਪ ਕਰਦੇ ਆ, ਸਾਰੀਆਂ ਫਿਲਾਸਫੀਆਂ ਕੱਟ ਸਿੱਟੀਆਂ ਇਹਨਾਂ ਸ਼ਬਦਾਂ ਨੇ, ਔਰ ਗੁਰੂਆਂ ਨੇ ਸਾਰਿਆਂ ਨੇ ਕਰਕੇ ਦੱਸਿਆ ਘਰ ਬੈਠ ਕੇ। ਨਾਮ ਸਹਿਜੇ ਸੁਖ ਪਾਇਆ, ਮੈਂ ਸਹਿਜੇ ਸੁਖ ਪਾਇਆ, ਮੈਂ ਸਹਿਜੇ ਸੁਖ ਪਾਇਆ। ਇਹ ਨਾਇ ਮਨਿ ਸ਼ਾਂਤੀ ਉਪਜੈ, ਸ਼ਾਂਤੀ ਆ ਗਈ। ਸ਼ਾਂਤੀ ਉਪਜੈ, ਉਹ ਸ਼ਾਂਤ ਆਈ ਜਿਹੜੀ ਕੁਮਾਰ ਹਵਨ ਕਰਕੇ ਕਿ ਸ਼ਾਂਤੀ ਦੇਵੀ ਫਲਾਂ ਦੇਵੀ ਦੇ ਜਿੰਨੀਆਂ ਸ਼ਾਂਤੀ ਰੱਖਦੇ ਫਿਰਦੇ ਸੀ। ਫਿਰ ਬੱਚਿਆਂ ਦੇ ਨਾਮ ਵੀ ਸ਼ਾਂਤੀ ਰੱਖ ਦੇਣੀਆਂ ਕੁੜੀਆਂ ਨੇ, ਤੇ ਸ਼ਾਂਤੀ ਆਉਣੀ ਕਿਤੇ ਨਾ। ਉਹ ਸ਼ਾਂਤੀ ਏਦਾਂ ਹੋਣੀ ਹੈ, ਸ਼ਾਂਤੀ ਉਪਜੈ, ਉਹ ਕੁੱਕ ਪੈਣੀ ਸ਼ਾਂਤੀ ਅੰਦਰ। ਸ਼ਾਂਤੀ ਉਪਜੈ, ਹਰ ਮੰਨੇ ਵਸਾਇਆ, ਮਨ ਚ ਹਰ ਮੰਨੇ ਵਸਾਇਆ, ਹਰ ਮਨੇ ਵਸਾਇਆ। ਆਹ ਦੇਖੋ ਅੰਦਰ ਰਤਨ ਪ੍ਰਕਾਸ਼, ਐਡਾ ਵੱਡਾ ਡਾਇਮੰਡ ਮਿਲ ਗਿਆ ਮੈਨੂੰ। ਨਾਨਕ ਨਾਮ ਰਤਨ ਹੈ, ਰਤਨ ਨਹੀਂ ਕਹਿਣਾ, ਉੱਤੇ ਮੁੱਦਾ ਚਾਹੁੰਦਾ ਰਤਨ। ਨਾਨਕ ਨਾਮ ਰਤਨ, ਗੁਰਮੁਖੇ ਹਰਿ ਧਿਆਇਆ, ਗੁਰਮੁਖੇ ਹਰਿ ਧਿਆਇਆ, ਗੁਰਮੁਖੇ ਹਰਿ ਧਿਆਇਆ। ਸਾਰੇ ਅੰਦਰਲੇ ਹਿਰਦੇ ਸ਼ਾਂਤ ਹੋ ਗਈ, ਸਭ ਕੁਛ ਐਨ ਅੰਦਰ ਹੋ ਗਿਆ। ਹੁਣ ਸੁਰਤ ਦੀ ਹਵਾਈ ਚੜ੍ਹਨ ਲੱਗੀ ਆ। ਗੋਲਾ ਗਿਆਨ ਚਲਾਇਆ, ਫਿਰ ਸੁਰਤ ਹਵਾਈ। ਆਹ ਦੇਖੋ ਅੰਦਰਲੀ ਜਿਹੜੀ ਸੁਰਤ ਹੈ, ਇਹਦੀ ਐਡੀ ਸਪੀਡ ਤਾਂ ਮੰਡਲਾਂ 'ਚ ਚੜ੍ਹਨ ਦੀ ਹੋ ਜਾਂਦੀ ਆ। ਹਵਾਈਆਂ ਨੂੰ ਚੜ੍ਹਦੀ ਸੁਰਤ। ਫਿਰ ਅਗਲੀ ਆ ਪਾਨਾ ਹੈ 1242, ਪੇਜ 1242। ਹੁਣ ਸੁਰਤ ਦੀ ਗੱਲ ਆਈ ਹੈ। ਔੜੀ ਨਾਇ ਮੰਨਿਐ ਸੁਰਤੇ ਉਪਜੈ, ਨਾਇ ਮੰਨਿਐ ਸੁਰਤੇ ਉਪਜੈ, ਨਾਮੇ ਮਤਿ ਹੋਈ, ਨਾਮੇ ਮਤਿ ਹੋਈ, ਮਤ ਨਾਮੇ ਮਤਿ ਹੋਈ। ਨਾਇ ਮੰਨਿਐ ਗੁਣ ਉਚਰੈ, ਨਾਮ ਦਾ ਗੁਣ ਉਚਰਦਾ ਵੇ। ਨਾਇ ਮੰਨਿਐ ਗੁਣ ਉਚਰੈ, ਨਾਮੇ ਯਾਦ ਰਹੇ। ਅਸੀਂ ਵਾਸਤਾ ਪਾ ਰਹੇ ਹਾਂ, ਸਿੱਖੀ ਸਾਰੀ ਪੰਥ ਲੈ ਭੋਲੇ ਭਾਈ ਸਾਰੇ ਫਸੇ ਪਏ ਆ। ਓਏ ਪਾਠ ਨਹੀਂ ਲਿਖਿਆ ਇੱਥੇ। ਸੰਗਤ ਜੀਓ, ਜਿਹੜਾ ਸਾਡੇ ਤੇ ਹੀ ਕਿਰਪਾ ਕਰ ਲਓ। ਇੰਨੀ ਹੁਣ ਬਾਣੀ ਅਸੀਂ ਕੱਢੀ ਆ ਰਹੇ ਹਾਂ, ਪਾਠਾਂ ਨਾਲ ਕੱਖ ਨਹੀਂ ਮਿਲਣਾ। ਉਹ ਚੰਗੇ ਬੰਨੇ ਲੱਗੇ ਹੋ, ਟਾਈਮ ਲੰਘ ਜੂ ਤੁਹਾਡਾ, ਪਰ ਪੱਲੇ ਕੱਖ ਨਹੀਂ ਪੈਣਾ ਤੁਹਾਡੇ। ਨਾ ਖੰਡ ਪਾਠਾਂ ਦੇ, ਨਾ ਕਿਸੇ ਕਾਰ ਸੁਣਨੇ। ਜੋ ਫਾਇਦੇ ਦੱਸੇ ਜਾ ਰਹੇ ਆ, ਇਹ ਸਾਰੇ ਨਾਮ ਦੇ ਫਾਇਦੇ ਆ। ਹੌਲੀ ਹੌਲੀ ਪਾਠ ਘਟਾਈਏ ਤੇ ਐਸ ਰਾਸਤੇ ਤੇ ਪਈਏ। ਨਾਇ ਮੰਨਿਐ ਸੁਰਤਿ ਉਪਜੈ, ਨਾਇ ਮੰਨਿਐ ਸੁਰਤਿ ਉਪਜੈ, ਨਾਮੇ ਮਤਿ ਹੋਈ, ਇਹ ਨਾਮੇ ਮਤਿ ਹੋਈ, ਇਹ ਨਾਮੇ ਮਤਿ ਹੋਈ। ਨਾਇ ਮੰਨਿਐ ਗੁਣ ਉਚਰੈ, ਨਾਇ ਮੰਨਿਐ ਗੁਣ ਉਚਰੈ, ਨਾਮੇ ਸੁਖ ਹੋਈ, ਨਾਮੇ ਸੁਖੇ ਹੋਈ, ਨਾਮੇ ਸੁਖੇ ਸੋਈ। ਸੋਈ ਰੱਬ ਦਾ ਸੁਖ, ਨਾਮੇ ਸੁਖੇ ਸੋਈ, ਨਾਮੇ ਸੁਖੇ ਸੋਈ, ਨਾਮੇ ਸੁਖੇ ਸੋਈ। ਆ ਟੁੱਟਣ ਲੱਗੀ ਮਾਇਆ ਭਰਮ ਗਾੜੇ ਨਾ ਦੇ ਹੁਣ। ਨਾਇ ਮੰਨਿਐ ਭਰਮ ਕੱਟੀ ਹੈ, ਭਰਮ ਦੀ ਮਾਇਆ ਹੀ ਹੈ। ਨਾਇ ਮੰਨਿਐ ਭਰਮ ਕੱਟੀ ਹੈ, ਫਿਰ ਦੁੱਖ ਨਾ ਹੋਈ, ਫਿਰ ਦੁੱਖ ਨਾ ਹੋਈ, ਫਿਰ ਦੁੱਖ ਨਾ ਹੋਈ। ਨਾਇ ਮੰਨਿਐ ਸਾਲਾਈ ਹੈ, ਨਾਇ ਮੰਨਿਐ ਸਾਲਾਈ ਹੈ, ਪਾਪਾ ਮਤ ਧੋਈ, ਪਾਪਾ ਮਤ ਧੋਈ, ਪਾਪਾ ਮਤ ਧੋਈ।
ਕੱਪੜ ਹੋਏ, ਜਪ ਬਾਣੀ ਨੂੰ ਖੋਲਿਆ ਗਾ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਧੋਏ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੁਪੈ ਨਾਵੇਂ ਕੇ ਰੰਗ। ਆਹ ਪੌੜੀਆਂ ਨੇ ਦੱਸਿਆ ਕਿ ਨਾਮ ਦੇ ਸਾਬਣ ਨਾ ਧੋ ਨੂੰ ਰੰਗ ਚਾੜ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ। ਭਰੀਏ ਹੱਥ ਪੈਰ ਤੰਦੇ, ਆ ਮਿੱਟੀ ਨਾਲ ਹੱਥ ਪੈਰ ਮਲ ਜਾਣ ਤੇ ਪਾਣੀ ਧੋ ਦੇਗਾ। ਭਰੀਏ ਹੱਥ ਪੈਰ ਤੰਦੇ, ਪਾਣੀ ਧੋਤੇ ਉਹ ਤੇਰੇ ਸਿੱਖੇ। ਪਰ ਜੇ ਮੂਤ ਪਲੀਤੀ ਕੱਪੜ ਹੋਏ, ਉਹ ਪੋਤੜੇ ਨੂੰ ਸਾਬਣ ਨਾਲ ਧੋਣਾ ਪੈਂਦਾ। ਸਾਡੀ ਮੱਤ ਪਾਪਾ ਨਾਲ ਭਰੀ ਹੈ, ਇਸ ਕਰਕੇ ਐਸ ਅਵਸਥਾ ਤੇ ਆਣ ਕੇ ਮਾਂ ਉਹ ਪਾਪ ਉਤਰਦੇ ਹੈ। ਅੰਮ੍ਰਿਤਸਰ ਨਹਾਉਣ ਨਾਲ ਨਹੀਂ ਉਤਰਨੇ, ਨਾ ਪਾਣੀ ਨਾਲ ਉਤਰਨੇ ਹੈ। ਨਾ ਮੰਨਿਆ ਸਾਲਾਹੀਏ, ਨਾ ਮੰਨਿਆ ਸਾਲਾਹੀਏ। ਪਾਪਾ ਮਤ ਧੋਈ, ਪਾਪਾ ਮਤ ਧੋਈ, हे ਪਾਪਾ ਮਤ ਧੋਈ। ਨਾਨਕ ਪੂਰਾ ਗੁਰ ਨਹੀਂ ਅੱਗੇ ਆ ਰਿਹਾ। ਸੀਰ ਦੀ ਲਾਈਨ ਪੌੜੀ ਦੀ ਰਹਾਉ ਚ ਨਾਨਕ ਪੂਰਾ ਗੁਰੂ ਨਹੀਂ ਹੈ। ਨਾਨਕ ਛਾਪ ਹੈ, ਇੱਥੇ ਗੂਠਾ ਰੱਖ ਲੋ। ਪੂਰੇ ਗੁਰ ਤੇ ਨਾਮ, ਪੂਰੇ ਗੁਰ ਤੇ ਨਾਮ। ਨਾਨਕ ਛਾਪ ਦੀ ਬਾਣੀ ਹੈ, ਪੂਰੇ ਗੁਰ ਤੇ ਨਾਮ ਮੰਨਿਆ। ਪੂਰਾ ਗੁਰੂ ਕਰੋ ਪਰਮੇਸ਼ਰ, ਕਿਉਂਕਿ ਜੋ ਬਾਬੇ ਨਾਨਕ ਨੇ ਗੁਰੂ ਪੂਰਾ ਕੀਤਾ ਉਹ ਸਾਡਾ ਸਿੱਖੀ ਦਾ ਗੁਰੂ ਹੈ। ਗੁਰ ਪਰਮੇਸ਼ਰ ਨਾਨਕ ਭੇਟਿਓ, ਕਾਹਦੇ ਨਾ ਸਾਚੇ ਸ਼ਬਦੇ ਨਵੇੜਾ। ਇਸ ਕਰਕੇ ਜਿਹੜਾ ਗੁਰੂ ਬਾਬੇ ਨਾਨਕ ਦਾ ਉਹਨਾਂ ਨੇ ਦੱਸ ਦਿੱਤਾ ਸਾਰੀ ਸਿੱਖੀ ਦਾ। ਗੁਰ ਪੂਰਾ ਕਾਲ ਪੁਰਖ ਆਪ ਹੈ। ਨਾਨਕ ਪੂਰੇ ਗੁਰ ਤੇ ਨਾਮ ਮੰਨੀ, ਨਾਨਕ ਪੂਰੇ ਗੁਰ ਤੇ ਨਾਮ ਮੰਨੀ। ਆ ਪੂਰੇ ਗੁਰੂ ਜਿਹੜੇ ਸਤਿਗੁਰੂ ਬਣੀ ਬੈਠੇ ਆ ਜਗ੍ਹਾ, ਉਹ ਨਹੀਂ ਇਹ ਕੰਮ ਕਰ ਸਕਦੇ। ਨਾਨਕ ਪੂਰੇ ਗੁਰ ਤੇ ਨਾਮ ਮੰਨੀ। ਜਿਨ ਦੇਵੇ ਸੋਈ, ਜਿਨ ਦੇਵੇ ਸੋਈ, ਜਿਨ ਦੇਵੇ ਸੋਈ। ਅੱਗੇ ਨਰੋੜ ਨਾਮ ਤੇ ਪੌੜੀ ਆਈ ਹੈ। ਦੇਖੋ ਜੀਵ ਹੈ 9 ਨੰਬਰ ਬੁੱਕਲੇਟ ਦਾ ਪੰਨਾ ਹੈ, ਗੁਰੂ ਗ੍ਰੰਥ ਸਾਹਿਬ ਦਾ ਪੰਨਾ ਹੈ 1242। 1242 ਪੰਨੇ ਤੇ ਅਸੀਂ ਪੌੜੀ ਗੁਰੂ ਰਾਮਦਾਸ ਸਾਹਿਬ ਐਸਾ ਨਾਮ ਦੀ ਸਿਫਤ ਕਰਦੇ ਹੈ, ਜਿਹੜੀ ਰਸ ਕੇ ਅਸੀਂ ਪੌੜੀ ਪੜਾਂਗੇ। ਉਹ ਹੈ ਨਾਮ ਕੀ ਹੈ? ਨਾਮ ਨਰੰਜਨ ਆਲਖ ਹੈ। ਉਹਨੂੰ ਨਹੀਂ ਲੱਗ ਸਕਦੇ ਏਡਾ ਵੱਡਾ, ਕਿਤੇ ਖਿਆਲਾਂ ਚ ਕਿਤੇ ਕਹਿ ਉਹਨੇ ਨਹੀਂ ਆਉਣਾ। ਐਡਾ ਲੱਖ ਹੈ ਉਹ, ਐਡਾ ਨਾਮ ਦੀ ਵੈਲਿਊ ਦੱਸ ਰਹੇ ਹੁਣ। ਨਾ ਨਿਰੰਜਨ ਆ ਮਾਇਆ ਤੂੰ ਰਹਿਤਾ ਹੈ। ਨਾਮ ਨਰੰਜਨ ਆਲਖ, ਨਾਮ ਨਰੰਜਨ ਆਲਖ। ਕਿਉਂ ਲਖਿਆ ਜਾਈ, ਕਿਉਂ ਲਖਿਆ ਜਾਈ, ਕਿਉਂ ਲਖਿਆ ਜਾਈ। ਇਹ ਤੈਨੂੰ ਬਾਣਾ ਚ ਜਾ ਕੇ ਨਹੀਂ ਮਿਲਣਾ, ਕਿਤੇ ਡੇਰੇ ਬਣਾ ਲਓ, ਕਿਸੇ ਕੋਲ ਜਾ ਕੇ ਨਹੀਂ ਮਿਲਣਾ। ਮਹਾਰਾਜ ਦੀ ਆ ਬਾਣੀ ਕਹਿੰਦੀ ਭੋਲਿਆ ਤੇਰੇ ਅੰਦਰ ਨਾਮ ਨਾਲ ਹੀ ਹੈ, ਉਹਨੂੰ ਪ੍ਰਗਟ ਕਰਨਾ ਪੈਣਾ। ਦੇਖੋ ਜਿਹੜੀ ਐਡੀ ਵੱਡੀ ਚੀਜ਼ ਪਾਲ ਨਹੀਂ ਸਕਦੀ, ਬਾਣੀ ਕਹਿੰਦੀ ਅਵਿਆਸੀ ਜਾਨ ਤੇਰੇ ਨਾਲ। ਇਸ ਪਹਿਲਾ ਹੈ ਨਾਮ ਨਰੰਜਨ ਆਲਖ। ਇਹ ਅਲੱਖ ਕਿਉਂ ਲਿਖਦੇ ਆ? ਜੋਗੀਆਂ ਦਾ ਬੜਾ ਭਾਰਾ ਬੋਲਾ ਸੀ। ਜਿੱਦਾਂ ਅਸੀਂ ਆਪਸ 'ਚ ਸਤਿ ਸ੍ਰੀ ਅਕਾਲ ਕਹਿੰਦੇ, ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜਾਂ ਅਮਰੀਕਾ ਵਾਲੇ ਹਾਈ ਬਾਏ ਬੋਲਦੇ ਹੈ, ਅੰਗਰੇਜ਼ ਗੁੱਡ ਮਾਰਨਿੰਗ ਪ੍ਰਦਾਨ ਕਰਦੇ ਹੈ। ਇੱਕ ਜੋਗੀਆਂ ਦਾ ਬੋਲਾ ਸੀ ਵੀ ਅਸੀਂ ਰੱਬ ਨੂੰ ਰੱਖ ਲਿਆ। ਉਹ ਇੱਕ ਜੋਗੀ ਆਉਂਦਾ, ਉਹਨੇ ਕਹਿਣਾ ਓ ਲੱਖ ਨਰੰਜਨ, ਜੋ ਜਿਹੜਾ ਮਾਇਆ ਚੋਂ ਰਹਿਤ ਨਰੰਜਨ ਰੱਬ ਹੈ, ਅਸੀਂ ਉਹਨੂੰ ਆ ਲੱਖ ਉਹਨੂੰ ਲੱਖ ਲਿਆ। ਦੇਖੋ ਕੈਸੇ ਝੂਠੇ ਬੋਲੇ ਬਣਾਏ, ਓ ਲੱਖ ਨਰੰਜਨ। ਤੇ ਉਧਰ ਦੂਸਰਾ ਵੀ ਇੱਕ ਜੋਗੀਆਂ ਦਾ ਬੋਲਾ ਸੀ ਮਿਲਣ ਦਾ। ਸਾਡਾ ਜਿਹੜਾ ਨਾਮ ਹੈ ਉਹ ਮਾਇਆ ਤੋਂ ਰਹਿਤਾ, ਉਹ ਚੋਂ ਲਿਖਿਆ ਜਾ ਸਕਦਾ ਨਹੀਂ। ਕਿਉਂ ਲਿਖਿਆ ਜਾਈ? ਤੁਸੀਂ ਕਹਿੰਦੇ ਫੜ ਲਿਆ ਰੱਬ ਨੂੰ। ਕਿਉਂ ਲਿਖਿਆ ਜਾਈ, ਕਿਉਂ ਲਿਖਿਆ ਜਾਈ। ਨਾਮ ਨਰੰਜਨ ਆਲਖ, ਨਾਮ ਨਰੰਜਨ ਆਲਖ। ਕਈ ਕਹਿੰਦੇ ਜੀ, ਕਈ ਕਹਿੰਦੇ ਜੀ ਨਾਮ ਚੀਜ਼ ਕੀ? ਉਹ ਨਾਮ ਨੂੰ ਤੇ ਸਾਰੀ ਬਾਣੀ 'ਚ ਹੀ ਨਾਮ ਦੀਆਂ ਸਿਫਤਾਂ, ਇਹਨੂੰ ਪੂਰਾ ਨਹੀਂ ਕੋਈ ਬਿਆਨ ਕਰ ਸਕਦਾ।
ਇਹਨੂੰ ਇੰਜੋਏ ਕਰ ਸਕਦਾ ਹੈ ਅਭਿਆਸੀ ਜਿੰਨਾ ਵੀ ਅੰਦਰ ਆਉਂਦਾ, ਪਰ ਅਭਿਆਸ ਕੁਛ ਨਹੀਂ ਕਰ ਸਕਦਾ, ਕਿਉਂਕਿ ਜਿਹਨਾਂ ਨੇ ਪਾਇਆ ਉਹਨਾਂ ਦੇ ਮੂੰਹ ਬੰਦ ਹੋ ਗਏ। ਉਹ ਨਹੀਂ ਕਹਿ ਸਕਦੇ ਨਾਮ ਨਿਰੰਜਨ ਅਲਖ ਕਿਉਂ ਲੱਗਿਆ ਜਾਈ। ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਦੀ ਸਵਿਤਾ ਦੀ ਇੱਕ ਸ਼ਬਦਾਂ ਨਾਲ ਲਿਖਿਆ, ਗੁਰੂਆਂ ਪਦਮੀਆਂ ਨਾਲ ਜਦ ਸ਼ਬਦ ਦੱਸ ਸਕਦੇ ਵੀ ਇਹ ਕੀ ਚੀਜ਼ ਹੈ, ਪਰ ਨਾਮ ਨਿਰੰਜਨ ਅਲਖ ਕਿਉਂ ਲੱਗਿਆ ਜਾਈ, ਕਿਉਂ ਲੱਗਿਆ ਜਾਈ, ਕਿਉਂ ਲੱਗਿਆ ਜਾਈ। ਅਸੀਂ ਫਿਰ ਧਿਆਨ ਦੇ ਆਉਣੇ ਸਾਰੇ ਪੰਥ ਨੂੰ, ਕੋਈ ਇੱਥੇ ਪਾਠ ਤੇ ਬਾਣੀ ਨਹੀਂ ਲਿਖੀ। ਨਾਮ ਨਿਰੰਜਨ ਅਲਖ ਕਿਉਂ ਲੱਗਿਆ ਜਾਈ, ਕਿਉਂ ਲੱਗਿਆ ਜਾਈ, ਕਿਉਂ ਲੱਗਿਆ ਜਾਈ। ਨਾਮ ਨਿਰੰਜਨ ਨਾਲੇ ਹੈ, ਤੇਰੇ ਨਾਲ ਹੀ ਹੈ। ਨਾਮ ਨਿਰੰਜਨ ਨਾਲੇ ਹੈ। ਅਗਲਾ ਸਾਰਾ ਦਾ ਕਿਉਂ ਪਾਏ ਪਾਈ, ਕਿਉਂ ਪਾਈਏ ਪਾਈ, ਕਿਉਂ ਪਾਈਏ ਪਾਈ। ਹੋਰ ਨਾਮ ਦੀ ਕਰੈਕਟਰਿਸਟਿਕ ਆਈ ਹੈ, ਆਦਤ ਕੀ ਆ ਉਹਦੀ? ਨਾਮ ਨਿਰੰਜਨ ਵਰਤ, ਉਹ ਕੰਮ ਕਰ ਰਿਹਾ ਹੈ, ਸਾਰੇ ਤੋਂ ਵਰਤ ਰਿਹਾ। ਨਾਮ ਨਿਰੰਜਨ ਵਰਤ ਰਵਿਆ ਸਭ ਠਾਈ, ਸਾਰੀ ਥਾਵਾਂ ਚ ਰਵਿਆ ਸਭ ਠਾਈ, ਬਾਬਾ ਰਵਿਆ ਸਭ ਠਾਈ। ਔਰ ਗੁਰਪੂਰੇ ਤੇ ਪਾਈਏ। ਇਨਸਾਨ ਗੁਰੂ ਨਾ ਕਰਿਓ ਹਮੇਸ਼ਾ ਅਧੂਰਾ ਹੈ, ਗੁਰ ਪਰਮੇਸ਼ਰ ਹੈ ਸਾਡਾ। ਗੁਰਪੂਰੇ ਤੇ ਪਾਈਏ। ਉਹ ਜਦੋਂ ਗੁਰਪੂਰਾ ਅੰਦਰ ਆ ਗਿਆ, ਉਹਨੇ ਹਿਰਦੇ ਦੇ ਦਿਖਾਈ। ਮੇਰੇ ਹਿਰਦੇ ਕੀ ਧਰਨਾ ਪੜਾਉਣਾ, ਤੇਰੇ ਹਿਰਦੇ ਦੇ ਦਿਖਾਈ, ਹਿਰਦੇ ਦੇ ਦਿਖਾਈ। ਅਖੀਰਲੀ ਪੌੜੀ ਦਾ ਰਹਾਉ ਆਇਆ, ਨਾਨਕ ਨਦਰੀ ਕਰਮ ਹੋਏ। ਕਰਮ ਮੇਰੇ ਬਖਸ਼ਿਸ਼, ਉਹਦੀ ਨਜ਼ਰ ਹੋ ਜਾਏ ਤੇ ਗੁਰ ਮੇਲੀਏ ਪਾਈ। ਉਹ ਜਿਹੜਾ ਗੋਰਾ ਪਰਮੇਸ਼ਰ ਉਹਨੂੰ ਅੰਦਰ ਹੀ ਤੂੰ ਮਿਲ ਜੰਨਾ, ਜਦੋਂ ਪਾਣੀ 'ਚ ਪਾਣੀ ਮਿਲ ਜਾਂਦਾ, ਜੋਤ 'ਚ ਜੋਤ ਮਿਲ ਜਾਂਦੀ ਹੈ। ਉਹ ਕਲਾ ਅੰਦਰ ਆ ਗਈ ਅਖੀਰਲੀ। ਨਾਨਕ ਨਦਰੀ ਪਾਈਏ, ਨਾਨਕ ਨਦਰੀ ਕਰਮ ਹੋਏ। ਆਹ ਵਾ ਕਰਮ ਖੰਡ ਦੀ ਖੇਡ। ਕਰਮ ਕਾਂਡੀਆਂ ਦਾ ਖੰਡ ਨਹੀਂ ਹੈ, ਉਹ ਬਿਆਨ ਖੰਡ 'ਚ ਕਰਮ ਕਾਂਡੀ ਬੈਠੇ ਹੈ। ਕਰਮ ਉਰਦੂ ਦਾ ਲਫ਼ਜ਼ ਹੈ, ਬਖਸ਼ਿਸ਼ ਮਿਹਰ ਦਾ ਖੰਡ ਹੈ। ਨਾਨਕ ਨਦਰੀ ਕਰਮ ਹੋਏ, ਨਾਨਕ ਨਦਰੀ ਕਰਮ ਹੋਏ। ਗੁਰ ਮਿਲੀਏ ਪਾਈ, ਗੁਰ ਮਿਲੀਏ ਪਾਈ, ਗੁਰ ਮਿਲੀਏ ਪਾਈ। ਅਗਰ ਅਸੀਂ ਦੱਸ ਹੁਣ ਅਸੀਂ ਪੌੜੀਆਂ ਖਤਮ ਹੋਈਆਂ, ਹੁਣ ਅਸੀਂ ਅਸਲ ਨਾਮ ਤੇ ਆਉਣੇ ਆ। ਸ਼ਬਦ ਜਿਹੜੇ ਭਾਰੇ ਨਾਮ ਦੇ ਉੱਤੇ ਆ, ਉਹ ਅਸੀਂ ਬੁੱਕਲੇਟ ਦਾ ਪੇਜ ਹੈ 10 ਔਰ ਪੰਨਾ ਹੈ 829। 8 to 9 ਅਨੇਕ ਸ਼ਬਦ ਹੈ, ਕਿਸੇ ਨੇ ਸੁਣੇ ਨਹੀਂ ਹੋਣੇ। ਔਰ ਅਸੀਂ ਰਾਗ ਬਿਲਾਵਲ ਮਹੱਲਾ ਪੰਜਵਾਂ ਦੁਪਦੇ ਦੋ ਬੰਦ ਹੈ, ਔਰ ਘਰ ਨੌਵੇਂ ਘਰ 'ਚ ਅਸੀਂ ਗਾਵਾਂਗੇ ਤਪਲੇ ਦਾ ਘਰ। ਦੇਖਿਓ ਅਜੀਬ ਸ਼ਬਦ ਹੈ ਵੀ ਹੇ ਮੇਰੇ ਜੀੜੇ ਤੈਨੂੰ ਨਾਮ ਸੁਣ ਲੱਗ ਪੈਣਾ। ਇਸ ਕਰਕੇ ਅਸੀਂ ਸ਼ਬਦ ਬਿਲਾਵਲ ਮਹੱਲੇ ਪੰਜਵੇਂ ਦਾ ਲੈ ਰਹੇ ਹਾਂ, ਔਰ ਰਾਗ ਬਿਲਾਵਲ, ਔਰ ਅਸੀਂ ਟਿਊਨ ਰੱਖੀ ਹੈ। ਮੱਲਾ ਪੰਨੇ ਕਹਿੰਦਾ ਮੈਂ ਜੀਵਨ ਪਾ ਲਿਆ, ਤੈਨੂੰ ਜ਼ਿੰਦਗੀ ਮਿਲ ਗਈ। ਜੀਵੂ ਨਾਮ ਸੁਣੀ, ਜਦੋਂ ਨਾਮ ਸੁਣ ਲੱਗ ਪੈਂਦਾ ਕੰਨਾਂ ਨਾਲ, ਉਹ ਅਸੀਂ ਵਿਸ਼ਾ ਲੈ ਰਹੇ ਹਾਂ। ਜੀਵੂ ਜੀਵਨ ਨਾਮ ਸੁਣੀ, ਜੀਵੂ ਜੀਵੂ ਜੀਵੂ। ਮੈਂ ਮਰ ਜਾਵਾਂਗਾ ਨਾ ਅੱਖਾਂ ਜੀਵਾਂ, ਵਿਸਰੇ ਮਰ ਜਾਊ।
ਐਡਾ ਨਾਮ ਸੁਣਨਾ ਬਿਠਾ ਇੰਨੇ ਕਲਾ ਵਰਤਦੀ ਹੈ। ਉਹ ਕਹਿੰਦਾ ਮੈਂ ਨਾਮ ਨੂੰ ਆਖਦਾ, ਬਾਬਾ ਨਾਨਕ ਕਹਿੰਦਾ ਤੇ ਮੈਂ ਜੀਣਾ ਹੈ। ਨਾਮ ਵਿਸਰ ਜਾਂਦਾ, ਮੈਨੂੰ ਭੁੱਲ ਜਾਂਦਾ ਹੈ, ਇਸ ਕਰਕੇ ਮਰ ਜਾਂਦਾ ਹੈ। ਜੀਵ ਮਹੱਲੇ ਪੰਜਵੇਂ ਦੀ ਆਟੋਬਾਇਓਗ੍ਰਾਫੀ ਆ ਰਹੀ ਹੈ, ਇੱਦਾਂ ਦਾ ਜੀਵਨ ਸੀ ਤਾਂ ਤੱਤੀਆਂ ਤਵੀਆਂ ਸਹਿ ਗਏ ਹੋ। ਜੀਵ ਨਾਮ ਸੁਣੀ, ਵਾਹਿਗੁਰੂ 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 ਵਾਹਿਗੁਰੂ। ਉਹਦੇ ਸ਼ਬਦ ਚੱਲਣਗੇ, ਪੌੜੀਆਂ ਖਤਮ ਹੋਈਆਂ। ਇਹ ਜੀਵ 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 ਨਾਮ ਸੁਣੀ, ਇਹ ਜੀਵ ਨਾਮ ਸੁਣੀ। ਜਦ ਸੋ ਪ੍ਰਸੰਨ ਭੈ ਗੁਰ ਪੂਰੇ, ਤਬ ਮੇਰੀ ਆਸ ਪੁਨੀ। ਜਦੋਂ ਪੂਰਾ ਗੁਰੂ ਪ੍ਰਸੰਨ ਹੋਇਆ, ਮੇਰੀ ਤਾਤਾ ਪੂਰਾ ਗੁਰੂ ਪਰਮੇਸ਼ਰ ਹੈ। ਜੋ ਸੋ ਪ੍ਰਸੰਨ ਪੈ ਗੁਰ ਹੈ ਨਹੀਂ ਸੁਣ ਕੇ, ਜੋ ਸੋ ਪ੍ਰਸੰਨ ਪੈ ਗੁਰ ਤਬ ਮੇਰੀ ਆਸ ਪੁਨੀ, ਤਬ ਮੇਰੀ ਆਸ ਪੁਨੀ। ਨਮਾ ਨਹੀਂ ਕਰਨਾ, ਤਬ ਮੇਰੀ ਆਸ ਪੁਨੀ, ਤਬ ਮੇਰੀ ਆਸ ਪੁਨੀ। ਇੱਥੇ ਨਵਾਂ ਕਰ ਬਣਦਾ। ਜੀਵ ਜੀਵ ਨਾਮ ਸੁਣੀ, ਵਾਹਿਗੁਰੂ 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 ਵਾਹਿਗੁਰੂ। ਇਹ ਜੀਵ ਜੀਵ ਨਾਮ ਸੁਣੀ। ਜਪਤੇ ਜਪਤੇ ਵੀ ਸੁਣਨਾ ਸ਼ੁਰੂ ਹੋ ਜਾਂਦਾ। ਜੀਵ ਜੀਵ ਨਾਮ ਸੁਣੀ। ਕਦੋਂ ਜੋ ਸੋ ਪ੍ਰਸੰਨ ਪੈ ਗੁਰ ਪੂਰ, ਤਬ ਮੇਰੀ ਆਸ ਪੁਨੀ। ਆਵਾ ਡਿਸਕੋ ਗਾਲ, ਗੰਦੀਆਂ ਡਿਸਕਾਂ ਗਾਉਂਦੇ ਹੋ, ਆ ਬਾਣੀ ਗਾਓ। ਕਿੰਨੇ ਕਰਾਂ ਕਿੰਨਾ ਆ ਸਿੰਘ ਸਭਾ ਲਹਿਰ ਨਾ ਤੋੜੀ ਸਾਰੀ ਲਹਿਰ 1902 ਤੋਂ ਕਿ ਇਹ ਗੰਦੇ ਗਾਣੇ ਬੰਦ ਕਰੋ, ਆ ਰਾਹ ਸ਼ਬਦ ਪੜੋ। ਜੀਵ ਜੀਵ ਨਾਮ ਸੁਣੀ, ਜੋ ਸੋ ਪ੍ਰਸੰਨ ਪੈ ਗੁਰ ਪੂਰੇ, ਤਬ ਮੇਰੀ ਆਸ ਪੁਨੀ, ਤਬ ਮੇਰੀ ਆਸ ਪੁਨੀ। ਰਹਾਉ ਜੀਵ ਜੀਵ ਨਾਮ ਸੁਣੀ। ਦੇਖੋ ਕਿੰਨੀ ਸਪਿਰਿਚੁਅਲ ਲਾਈਫ ਹੈ। ਜੀਵ ਜੀਵ ਨਾਮ ਸੁਣੀ, ਜੋ ਸੋ ਪ੍ਰਸੰਨ ਪੈ ਗੁਰ ਪੂਰੇ, ਤਬ ਮੇਰੀ ਆਸ ਪੁਨੀ, ਤਬ ਮੇਰੀ ਆਸ ਪੁਨੀ। ਰਹਾਉ ਜੋ ਸੋ ਪ੍ਰਸੰਨ ਪੈ ਗੁਰ ਪੂਰੇ, ਤਬ ਮੇਰੀ ਆਸ ਪੁਨੀ, ਤਬ ਮੇਰੀ ਆਸ ਪੁਨੀ। ਇਹ ਜੀਵ ਜੀਵ ਨਾਮ ਸੁਣੀ। ਆਹਾ ਦੇਖਿਓ ਸਭ ਮੇਰੀਆਂ ਦਰਦਾਂ ਗਾਇਬ ਹੋ ਗਈਆਂ, ਪੀੜੀਆਂ ਬੰਦੀਆਂ। ਪੀਰ ਗਈ ਬਾਦੇ ਮਨ ਤੀਰਾ, ਮੋਹਿਓ ਆਨੰਦ ਧੁਨੀ। ਅੰਦਰ ਤੋਂ ਨਹੀਂ ਆ ਗਈ। ਇਹ ਪੀਰ ਗਈ ਬਾਦੀ ਮਨ ਤੀਰਾ, ਮੋਹਿਓ ਆਨੰਦ ਧੁਨੀ। ਇਹ ਮੋਹ ਆ ਗਿਆ, ਅਟੈਚ ਹੋ ਗਿਆ, ਅੰਦਰ ਹੀ ਤੋਂ ਉੱਠ ਰਹੀ, ਮੇਰਾ ਮਨ ਬਾਹਰ ਜਾਂਦਾ ਹੀ ਨਹੀਂ। ਇਹ ਪੀਰ ਗਈ ਬਾਦੀ ਮਨ ਤੀਰਾ, ਮੋਹਿਓ ਆਨੰਦ ਧੁਨੀ। ਅੰਦਰ ਚੀਜ਼ਾਂ ਹੋ ਗਈਆਂ, ਇਹ ਰੱਬ ਨੂੰ ਖਿਆਲਾਂ 'ਚ ਮੰਨ ਲੈਣਾ। ਜੋ ਇਹਨਾਂ ਟੀਕਿਆਂ ਨੇ ਲਿਖਿਆ ਪ੍ਰੋਫੈਸਰਾਂ ਨਾਲ, ਉਹਨਾਂ ਨਾਲ ਚੀਜ਼ਾਂ ਨਹੀਂ ਹੈ। ਉਹ ਤੁਸੀਂ ਉਹ ਗਾਲਿਬ ਦਾ ਸ਼ੇਰ ਆਉਂਦਾ, ਗਾਲਿਬ ਮਾਨ ਕੇ ਬੁਲਾने के लिए ਖਿਆਲ ਅੱਛਾ ਹੈ, ਉਹਨਾਂ ਦਾ ਖਿਆਲ ਅੱਛਾ। ਉਹ ਮਰੋਗੇ ਆ ਦੇਖੋ ਸ਼ਬਦਾਂ ਦੀ ਕੰਡੀਸ਼ਨ ਦੇਖੋ। ਉਹ ਤੁਸੀਂ ਜੀ ਪਾਓਗੇ, ਮੁਰਦੇ ਹੋਏ ਹੋ ਅਸੀਂ ਸਾਰੇ। ਜੀਵ ਜੀਵ ਨਾਮ ਸੁਣੀ, ਜੋ ਸੋ ਪ੍ਰਸੰਨ ਪੈ ਗੁਰ ਪੂਰੇ, ਤਬ ਮੇਰੀ ਆਸ ਪੁਨੀ। ਜੋ ਸੋ ਪ੍ਰਸੰਨ ਪੈ ਗੁਰ ਪੂਰੇ, ਤਬ ਮੇਰੀ ਆਸ ਪੁਨੀ। ਰਹਾਉ ਜੀਵ ਜੀਵ ਨਾਮ ਸੁਣੀ। ਅਗਲੀਆਂ
ਜਿਹੜੀਆਂ ਦੋ ਦੁਪਦੇ ਆ ਦੋ ਤੁਕਾਂ ਇਕੱਠੀਆਂ ਕਹਿਣੀਆਂ ਔਰ ਤੇ ਰਹਾਉ ਨਹੀਂ ਦਰਾਉਣਾ। ਇਹ ਪੀਰ ਗਈ ਬਾਦੀ ਮਨ ਧੀਰਾ ਮੋਇਓ ਆਨੰਦ ਧੁਨੀ। ਕੋ ਪੀਰ ਗਈ ਬਾਦੀ ਮਨ ਧੀਰਾ ਮੋਇਓ ਆਨੰਦ ਧੁਨੀ। ਜਦੋਂ ਅੰਦਰ ਇਹ ਧੁਨ ਸੁਣ ਲੱਗ ਪੈਂਦੀਆਂ ਹਿਰਦੇ ਹਰ 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 ਧੁਨ ਉਪਜੀ ਹਰ ਜਪੀਏ ਮਸਤਕ ਭਾਗ ਜਿਓ। ਉਸ ਵੇਲੇ ਮਨ ਬਾਹਰ ਜਾਂਦਾ ਹੀ ਨਹੀਂ ਔਰ ਧੀਰਜ ਆ ਜਾਂਦੀ ਹੈ। ਜਿਹੜਾ ਦੂਸਰਾ ਸਭ ਤੋਂ ਪਹਿਲਾਂ ਹੀ ਜਤ ਪਹਾਰਾ ਧੀਰਜ ਸੁਣਿਆ। ਬੰਦਾ ਬੜਾ ਸਹਿਜ ਨਾਲ ਚੱਲਦਾ, ਧੀਰਜ ਅੰਦਰ ਹੁੰਦੀ ਸਾਰੀ। ਆਹ ਚੀਜ਼ਾਂ ਵਰਤਣੀਆਂ ਹੁੰਦੀ। ਪੀਰ ਗਈ ਬਾਦੀ ਮਨ ਧੀਰਾ ਮੋਹਿਓ ਆਨੰਦ ਧੁਨੀ ਮੋਹਿਓ ਆਨੰਦ ਧੁਨੀ। ਉਹਨੂੰ ਫਿਰ ਚਾਅ ਅੰਦਰ ਆਉਂਦਾ ਮਨ ਨੂੰ ਵੀ ਮੈਂ ਰੱਬ ਵੀ ਦੇਖਣਾ ਉਹ ਕਿੱਦਾਂ ਦਾ। ਉਪਜਿਓ ਚਾਓ ਮਿਲਨ ਪ੍ਰਭ ਪ੍ਰੀਤਮ ਰਹਿਣ ਨ ਜਾਏ ਖਿਨੀ। ਖਿੰਡ ਨਹੀਂ ਫਿਰ ਰਹਿ ਸਕਦਾ ਐਸੀ ਅਵਸਥਾ ਹੋ ਜਾਂਦੀ। ਉਪਜਿਓ ਚਾਓ ਮਿਲਨ ਪ੍ਰਭ ਪ੍ਰੀਤਮ ਰਹਿਣ ਨ ਜਾਏ ਖਿਨੀ। ਤੇ ਰਹਿਣ ਨ ਜਾਏ ਖਿਨੀ। ਤੇ ਜੀ ਇਸ ਤਰ੍ਹਾਂ ਤੋਂ ਕਈ ਭਗਤ ਤਾਰੇ ਕਈ ਮੁਨੀ ਤਾਰੇ ਤੂੰ। ਇਹ ਮਹਾਰਾਜ ਮੇਰੇ ਤੇ ਵੀ ਮਿਹਰ ਕਰ। ਦੇਖੋ ਆਨਕ ਭਗਤ ਅਨਕ ਜਨ ਤਾਰੇ ਸਿਮਰੇ ਅਨਕ ਮੁਨੀ। ਐਸ ਅਵਸਥਾ ਨਹੀਂ ਲੈਣ ਲਈ। ਆਨਕ ਅਨਕ ਜਨ ਤਾਰੇ ਸਿਮਰੇ ਅਨਕ ਮੁਨੀ। ਇਹ ਸਿਮਰੇ ਅਨਕ ਮੁਨੀ। ਆਹਾ ਮਹਾਰਾਜ ਕਹਿੰਦੇ ਗਰੀਬੀ ਨਾਲ ਲਿਖਦੇ ਗੁਰੂ ਅਰਜਨ ਪਾਤਸ਼ਾਹ ਮੈਂ ਵੀ ਅੰਨਾ ਹੈ, ਮੈਨੂੰ ਵੀ ਕੋਈ ਆਸਰਾ ਦੇ ਟਿਕ ਦੇ। ਔਰ ਮੈਂ ਨਿਰਧਨ ਹੈ, ਮੇਰੇ ਕੋਲ ਵੀ ਇਹ ਅੰਦਰਲਾ ਧਨ ਹੈ ਨਹੀਂ। ਨਿਰਧਨ ਧਨ ਪਾਇਓ ਪ੍ਰਭ ਨਾਨਕ। ਔਰ ਇਹਦੇ ਅਨੇਕ ਗੁਣਾ ਅਖੀਰਲੀ ਤੁਕ ਲਾਉਂਦੇ। ਅੰਤ ਪਹਿਲੀ ਤੁਕ ਹੈ, ਦੋ ਤੁਕਾਂ ਇਕੱਠੀਆਂ ਪੜ੍ਹਨੀਆਂ। ਆਨਕ ਭਗਤ ਅਨਕ ਜਨ ਤਾਰੇ ਸਿਮਰੇ ਅਨਕ ਮੁਨੀ। ਤਰਨ 'ਚ ਫਰਕ ਹੈ। ਗੁਰੂ ਪਦਵੀਆਂ ਗਾਂਹ ਗਈਆਂ ਹੋਰ ਵੀ, ਲੇਕਿਨ ਇਹਦੇ ਨਾਲ ਕਈ ਤਰ ਗਏ। ਆਨਕ ਭਗਤ ਅਨਕ ਜਨ ਤਾਰੇ ਸਿਮਰੇ ਅਨਕ ਮੁਨੀ। ਇਹ ਸਿਮਰੇ ਅਨਕ ਮੁਨੀ। ਅੰਦਲੇ ਟਿਕ ਨਿਰਧਨ ਧਨ ਪਾਏ ਪ੍ਰਭ ਨਾਨਕ ਅਨਕ ਗੁਣੀ। ਓਏ ਪ੍ਰਭ ਤੂੰ ਦੇ ਅਨੇਕ ਗੁਣ ਤੇਰੇ ਚ। ਅੰਦਲੇ ਟਿਕ ਨਿਰਧਨ ਧਨ ਪਾਏ ਪ੍ਰਭ ਨਾਨਕ ਅਨਕ ਗੁਣੀ। ਪ੍ਰਭ ਨਾਨਕ ਅਨਕ ਗੁਣੀ। ਏ ਜੀ ਜੀ ਨਾਮ ਸੁਣੀ। ਏ ਜੀ ਬੁੱਕਲੈਟ ਦਾ ਪੇਜ ਹੈ 11। ਪੰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 922 922 ਪੇਜ। ਔਰ ਰਾਮਕਲੀ ਮਹੱਲਾ ਤੀਜਾ ਆਨੰਦ। ਜਿਹੜਾ ਆਨੰਦ ਸਾਹਿਬ ਦਾ ਵੱਡਾ ਪਾਠ ਅਸੀਂ ਕਰਦੇ ਹਾਂ, ਉਹ ਜਿੱਥੇ ਭੋਗ ਪਾਉਂਦੇ ਹਾਂ ਅਸੀਂ। ਆਨੰਦ ਸੁਣੋ ਵਡਭਾਗਿਓ ਸਗਲ ਮਨੋਰਥ ਪੂਰੇ। ਅਸੀਂ ਉਹ ਲਾਈਨ ਲੈਣ ਲੱਗੇ ਹਾਂ। ਇਹ ਐਡਾ ਜ਼ਰੂਰੀ ਸ਼ਬਦ ਹੈ ਸਾਡੇ ਲਈ ਸਾਰਿਆਂ ਲਈ, ਲੇਕਿਨ ਭੋਗ ਵੇਲੇ ਪਿਆਰ ਨਾਲ ਪੜ੍ਹਦੇ ਆ ਪਰ ਗਿਆਨ ਕਦੀ ਨਹੀਂ ਇਹਦਾ ਲਿਆ। ਅਸੀਂ ਇਹ ਸ਼ਬਦ ਪੜ੍ਹਿਆ ਚੰਡੀਗੜ੍ਹ ਔਰ ਉੱਥੋਂ ਇੰਟਲੈਕਚੁਅਲ ਲੋਕ ਐਡੇ ਬੈਠੇ ਸੀ ਪ੍ਰੋਫੈਸਰ ਵਗੈਰਾ। ਮੈਨੂੰ ਬਾਅਦ 'ਚ ਕੀਰਤਨ ਆਇਆ, ਕਹਿੰਦੇ ਭਾਈ ਸਾਹਿਬ ਜੀ ਤੁਸੀਂ ਆਨੰਦ ਸਾਹਿਬ ਦਾ ਪਾਠ ਕੀਤਾ ਵਾ, ਪੜ੍ਹਿਆ ਇੱਥੇ ਸ਼ਬਦ ਪੜ੍ਹਿਆ ਬੜਾ ਸੋਹਣਾ ਤੁਸੀਂ ਅਖੀਰਲਾ ਭੋਗ ਵਾਲਾ ਔਰ ਗਾ ਕੇ ਪੜ੍ਹਿਆ ਹੈ। ਔਰ ਉਹਦੇ ਵਿੱਚ ਆਉਂਦਾ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਦੇਖੋ ਕਹਿੰਦੇ ਜੀ ਇੰਨੀ ਸਿੱਖੀ ਬਾਣੀ ਭੋਗ ਪੜ੍ਹੀ ਪਾਠ ਤੇ ਕਰ ਰਹੇ, ਇੰਨਾ ਆਨੰਦ ਸਾਹਿਬ ਕਿਸੇ ਦੇ ਦੁੱਖ ਰੋਗ ਦੂਰ ਵੀ ਹੋਏ ਆ ਸਿੱਖੀ 'ਚ। ਕਿੱਡਾ ਇੰਟਲੈਕਚੁਅਲ ਸਵਾਲ ਸੀ। ਅਸੀਂ ਸਾਨੂੰ ਪਤਾ ਸੀ ਵੀ ਇਹ ਸਵਾਲ ਉੱਠਣਾ ਇੰਟਲੈਕਚੁਅਲ ਲੋਕਾਂ 'ਚ। ਜੇ ਅਸੀਂ ਜੇ ਸਭ ਕੁਛ ਬੈਠ ਕੇ ਲਾਈ, ਉਹ ਮੈਨੂੰ ਵਿੱਚ ਤੇ ਨਹੀਂ ਬੁਲਾਇਆ ਉਹਨਾਂ ਨੇ, ਪਰ ਮੈਂ ਸ਼ਬਦ ਪੜ੍ਹ ਦਿੱਤਾ। ਔਰ ਮੈਂ ਇਹ ਸਵਾਲ ਪਹਿਲਾਂ ਉੱਠਿਆ, ਮੈਂ ਪਹਿਲੀ ਸ਼ਬਦ ਚੌਂਕੀ ਲਾਈ, ਉੱਥੋਂ ਕਹਿੰਦੇ ਜੀ ਤੁਸੀਂ ਆਨੰਦ ਸਾਹਿਬ ਦਾ ਪਾਠ ਕੀਤਾ ਅਤੇ ਉਹਦੇ ਵਿੱਚ ਤੁਸੀਂ ਪੜ੍ਹ ਗਏ ਦੁੱਖ ਰੋਗ ਸੰਤਾਪ ਉਤਰੇ ਸੁਣ। ਹੁਣ ਭਾਈ ਸਾਹਿਬ ਜੀ ਘਰ ਘਰ ਦੇ ਵਿੱਚ ਹਰ ਭੋਗ ਲਾਉਣ ਵੇਲੇ ਕਰਤ ਫੇਰੋ ਜੀ ਆਨੰਦ ਸਾਹਿਬ ਦਾ ਪਾਠ ਕਰ ਲਿਆ। ਭਾਈ ਪਿਆਰ ਸਤਿਕਾਰ ਨਾਲ ਅਸੀਂ ਸਾਰੀ ਇਹ ਪੌੜੀ ਪੜ੍ਹਦੇ ਹਾਂ,
ਪਰ ਇਹਦੇ 'ਤੇ ਹੁਣ ਸਵਾਲ ਉੱਠਣੇ ਸ਼ੁਰੂ ਹੋ ਗਏ। ਸਾਨੂੰ ਪੁੱਛਿਆ, ਕਹਿੰਦੇ ਭਾਈ ਸਾਹਿਬ, ਮੈਂ ਕਿਹਾ ਜੀ ਅਗਲੀ ਚੌਂਕੀ 'ਚ ਆਇਓ ਤੁਸੀਂ, ਉੱਥੇ ਤੁਹਾਡਾ ਸਪੈਸ਼ਲ ਸ਼ਬਦ ਹੀ ਅਸੀਂ ਨਿਬੇੜਿਆ। ਅਸੀਂ ਸ਼ਬਦ ਨਿਬੇੜਿਆ ਉੱਥੇ ਭਾਈ, ਦੁੱਖ ਤਾਪ ਉਤਰਦੇ, ਪਰ ਬਾਣੀ ਨੂੰ ਹਰ ਥਾਂ ਬਾਣੀ ਗੁਰਬਾਣੀ ਨਾ ਸਮਝੋ। ਉੱਤੇ ਸੱਚੀ ਬਾਣੀ ਲਿਖੇ ਆ, ਦੁੱਖ ਰੋਗ ਸੰਤਾਪ ਉਤਰਿਆ, ਨਾਲ ਸੁਣੀ ਦਾ ਲਫ਼ਜ਼ ਹੈ, ਉਹ ਜੀਵੂ ਨਾਮ ਸੁਣੀ। ਸੱਚੀ ਬਾਣੀ ਜਿਹੜੀ ਹੈ ਉਹ ਗੁਰਮੰਤਰ ਆ, ਔਰ ਉਹ ਤੁਹਾਨੂੰ ਸੁਣ ਲੱਗ ਪੈਂਦੀ ਬੰਦੇ ਨੂੰ, ਉਹਦੇ ਨਾਲ ਸਭ ਦੁੱਖ ਰੋਗ ਸੰਤਾਪ ਉਤਰਨੇ। ਪਰ ਇਹ ਦੁਨੀਆ ਸਮਝਦੀ ਨਹੀਂ ਹੈ, ਔਰ ਅਸੀਂ ਇਸੇ ਦੇ ਉੱਤੇ ਫਿਰ ਉਹਨਾਂ ਨੂੰ ਅਸੀਂ ਸ਼ਬਦ ਅਗਲੀ ਚੌਂਕੀ 'ਚ ਕਲੀਅਰ ਕੀਤਾ ਔਰ ਸੈਟਿਸਫਾਈ ਹੋ ਗਏ। ਕਹਿੰਦੇ ਭਾਈ, ਮੈਂ ਕਿਹਾ ਫਿਰ ਉਹਨਾਂ ਨੇ ਹੋਰ ਬੜਾ ਸਵਾਲ ਇੰਟੈਲੈਕਚੁਅਲ ਕੀਤਾ, ਕਹਿੰਦੇ ਤੁਸੀਂ ਕਹਿੰਦੇ ਸੱਚੀ ਬਾਣੀ ਹੋ ਤੇ ਬਾਕੀ ਸਾਰੀ ਬਾਣੀ ਝੂਠੀ ਹੈ। ਦੇਖੋ, ਜੇ ਤੁਸੀਂ ਉਹ ਨਾਮ ਜਪਣ ਵਾਲੀ ਬਾਣੀ ਕਹਿੰਦੇ ਜਿਹੜੇ ਆਪੇ ਗੁਰਮੰਤਰ ਆ ਉਹ ਸੱਚੀ ਬਾਣੀ ਹੈ, ਤੇ ਇਹਨੂੰ ਫਿਰ ਸਾਰੀ ਬਾਣੀ ਨੂੰ ਕੀ ਲਿਖਿਆ? ਮੈਂ ਕਿ ਇਹਨੂੰ ਸਾਰੀ ਬਾਣੀ ਨੂੰ ਗੁਰਮਤਿ ਲਿਖਿਆ। ਇਹ ਗੁਰੂ ਦੀ ਮੱਤ ਹੈ, ਜਾਸੀ ਖਸਮ ਦੀ ਬਾਣੀ ਆਈ ਹੈ, ਪਰ ਇਹ ਜਿਹੜੇ ਵਿੱਚ ਮੱਤ ਦਿੰਦੀ ਹੈ ਇਹ ਸਾਰੀ ਗੁਰਮਤਿ ਸਾਡੀ ਸਾਰੀ ਬਾਣੀ ਹੈ, ਜੋ ਉੱਤੋਂ ਆਉਂਦੀ ਸੀ ਗੁਰੂਆਂ ਭਗਤਾਂ ਨੂੰ ਔਰ ਸ਼ਬਦਾਂ 'ਚ ਉਹਨਾਂ ਦੇ ਮੂੰਹੋਂ ਕਢਾਈ। ਇਸ ਕਰਕੇ ਗੁਰਮਤਿ ਸਾਰੀ ਬਾਣੀ ਹੈ, ਔਰ ਜਿਹੜੀ ਸੱਚੀ ਬਾਣੀ ਹੈ ਇਹ ਗੁਰਮੰਤਰ ਸੱਚਾ ਸੁਣ ਲੱਗ ਪੈਂਦਾ। ਰੱਬ ਦਾ ਨਾਮ ਹੈ ਸੱਚੀ ਬਾਣੀ, ਤਾਂ ਦੁੱਖ ਰੋਗ ਨਹੀਂ ਉਤਰਦੇ। ਅਸੀਂ ਬਾਹਰਲੀ ਬਾਣੀ ਨੂੰ ਸਮਝ ਕੇ ਕਰ ਲੈਂਦੇ, ਅਸੀਂ ਫਿਰ ਉਹਨਾਂ ਨੂੰ ਅਨੇਕ ਸ਼ਬਦ ਦਿੱਤੇ, ਤਸੱਲੀ ਹੋ ਗਈ। ਅੱਜ ਅਸੀਂ ਉਹ ਸ਼ਬਦ ਵੀ ਆਉਣੇ ਆ ਕਿ ਜਦੋਂ ਨਾਮ ਸੁਣ ਲੱਗ ਪੈਂਦਾ, ਉਹ ਲਿਖਿਆ ਇਹ ਸੁਣੀ ਸੱਚੀ ਬਾਣੀ, ਇਹ ਸੁਣੀ ਸੱਚੀ ਬਾਣੀ। ਅਸੀਂ ਰਾਮ ਕਲੀ ਦੀ ਕਲੀ ਚੱਕ ਰਹੇ ਹਾਂ, ਇਸੇ ਰਾਗ 'ਚ ਲਿਖਿਆ ਗਿਆ ਹੈ। ਸੁਣੀ ਇਹ ਹੈ ਜੀਵੋ ਨਾਮ ਸੁਣੀ, ਸੁਣੀ ਇਹ ਨਹੀਂ ਵੀ ਗੁਰਦੁਆਰੇ 'ਚ ਬੈਠ ਕੇ ਜਾਣੀ, ਘਰਾਂ 'ਚ ਬਾਣੀ ਤੁਸੀਂ ਸੁਣ ਲਓ, ਖੰਡ ਪਾਠ ਸੁਣ ਲਓ, ਇਹ ਗੱਲ ਵਰਤ ਜਾਏਗੀ ਨਹੀਂ। ਸੰਗਤ ਸਾਰੀ ਹਲੀ ਕਿਸੇ ਨੂੰ ਪਤਾ ਨਹੀਂ ਹੈ ਕਿ ਸਾਡੀ ਐਸੀ ਬੰਦਸ਼ ਹੈ ਜੋ ਬਾਣੀ 'ਚ ਲਿਖਿਆ ਸਤੋ ਸਤ ਲਿਖਿਆ, ਪਰ ਸਾਰੀ ਬਾਣੀ ਨੂੰ ਗੁਰਮਤਿ ਕਿਹਾ ਹੈ। ਸੁਣੀ ਸੱਚੀ ਬਾਣੀ, ਰਾਮ ਕਲੀ ਰਾਗ ਦੁਖ ਰੋਗ ਸੰਤਾਪ ਉਤਰੇ, ਦੁਖ ਰੋਗ ਸਭ ਉਤਰ ਗਏ ਜਦੋਂ ਆ ਨਾਮ ਤੈਨੂੰ ਸੁਣ ਲੱਗ ਪਿਆ। ਦੁੱਖ ਜ਼ਿੰਦਗੀ ਦੇ, ਰੋਗ ਜ਼ਿੰਦਗੀ ਦੇ, ਸੰਤਾਪ ਜਿਹੜੇ ਸਿਆਪੇ ਪਏ ਆ ਘਰਾਂ 'ਚ, ਰੋਗ ਇਹ ਆ ਬਾਣੀ ਨਾਲ ਹੀ ਉਤਰਨੇ। ਇਹ ਸੱਚੀ ਬਾਣੀ ਗੁਰਮੰਤਰ ਹੈ, ਸ਼ਬਦ ਹੈ, ਪਰਮੇਸ਼ਰ ਦਾ ਨਾਮ ਹੈ ਜਿਹੜਾ ਕਿ ਜਪ ਜਪ ਕੇ ਸੁਣਨਾ ਸ਼ੁਰੂ ਹੋ ਜਾਂਦਾ। ਸੁਣੀ ਸੱਚੀ ਬਾਣੀ, ਸੁਣੀ ਸੱਚੀ ਬਾਣੀ। ਸਤਿਗੁਰ ਦੀ ਬਾਣੀ ਸੱਤ ਹੈ, ਲੇਕਿਨ ਇਹਨੂੰ ਸਮਝਣ ਲਈ ਬਾਣੀ ਨੂੰ ਬਾਣੀ ਨਾਲ ਖੋਲ੍ਹਣਾ ਪੈਣਾ। ਕਦੇ ਇੰਨੇ ਸ਼ਬਦ ਪਹਿਲਾਂ ਅਸੀਂ ਲਏ, ਇਹ ਸੁਣੀ ਸੱਚੀ ਬਾਣੀ, ਇਹੋ ਸੁਣਨਾ, ਇਹ ਜੀਵੂ ਨਾਮ ਸੁਣੀ, ਇਹ ਜੀਵੂ ਨਾਮ ਸੁਣੀ, ਇਹ ਸੁਣੀ ਸੱਚੀ ਬਾਣੀ, ਇਹ ਸੁਣੀ ਸੱਚੀ ਬਾਣੀ। ਦੁਖ ਰੋਗ ਸੰਤਾਪ ਉਤਰੇ, ਦੁਖ ਰੋਗ ਸੰਤਾਪ ਉਤਰੇ, ਇਹ ਸੁਣੀ ਸੱਚੀ ਬਾਣੀ, ਇਹ ਸੁਣੀ ਸੱਚੀ ਬਾਣੀ। ਆਹ ਸ਼ਬਦ ਚੱਲਦਾ ਰੱਖਾਂਗੇ, ਅਗਲੀ ਚੌਂਕੀ 'ਚ ਕਲੀਅਰ ਕਰਾਂਗੇ। ਔਰ ਇਹ ਹੈ ਜਿਹੜਾ ਆਨੰਦ ਸਾਹਿਬ ਦਾ ਪਾਠ ਅਸੀਂ ਕਰਦੇ ਹਾਂ, ਉਹਦੇ ਵਿੱਚੋਂ ਇੱਕ ਰਾਮ ਕਲੀ ਦੀ ਇੱਕ ਕਲੀ ਗਾਈ ਆ ਸੀ, ਔਰ ਇਸੇ ਤੇ ਸਾਰਾ ਆਨੰਦ ਸਾਹਿਬ ਲਿਖਿਆ। ਇਸ ਕਰਕੇ ਉਹ ਜਿਹੜੀ ਸੱਚੀ ਬਾਣੀ ਹੈ ਉਹ ਨਾਮ ਹੈ। ਇਸ ਕਰਕੇ ਬਾਬਾ ਨਾਨਕ ਕਹਿੰਦਾ, ਮੈਂ ਤੇ ਜਦੋਂ ਇੰਨੀ ਕਮਾਈ ਕੀਤੀ ਤੇ ਮੈਨੂੰ ਵੀ ਸਿੱਖ ਪੁੱਤੋ ਇਹ ਸੁਣ ਲੱਗ ਪਿਆ, ਇੱਕ ਆਖਿਆ ਸਬਦ
ਜੇ ਚੱਕਰ ਸ਼ਬਦ ਨੂੰ ਭਾਗ ਪਾ ਕੇ ਅਸੀਂ ਜਪਦੇ ਨਹੀਂ ਹੈ, ਪਹਿਲੀ ਸਟੇਜ ਹੈ, ਉਹ ਚੱਕਰ ਭੁੱਲ ਜਾਓ, ਬਾਕੀ ਸੁਣਨਾ ਸਭ ਕੁਝ ਇੱਕ ਆਖੈ ਸ਼ਬਦ ਆਖੈ ਅਰਧ ਪੁਰਦ ਦੇ ਰਾਤੇ ਇੱਕ ਆਖੈ ਸ਼ਬਦ ਆਖੈ ਅਰਧ ਪੁਰਦ ਦਿਨ ਰਾਤੇ। ਸਿੱਖੋ ਸਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਸਦਾ ਸੁਖੀ ਸਦਾ ਸੁਖੀ ਨਾਨਕ ਸਿਮਰਤ ਏਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ